ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਸਰਦਾਰ ਮਨਪ੍ਰੀਤ ਸਿੰਘ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਜੋ ਪਿਛਲੇ ਦਿਨਾਂ ਦੇ ਵਿੱਚ ਸਿੱਖਿਆ ਪ੍ਰੋਵਾਈਡਰ 8736 ਜਿਨ੍ਹਾਂ ਦੀ ਕੁੱਟਮਾਰ ਪੁਲਿਸ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਤਸ਼ੱਦਦ ਕੀਤਾ ਗਿਆ, ਸਰਕਾਰ ਦੇ ਲਾਰੇ ਭਰੋਸੇ ਦਾਅਵੇ ਜੋ ਕੁਝ ਨੇ ਉਹਦੇ ਉੱਤੇ ਗੱਲਬਾਤ ਕਰਾਂਗੇ। ਇੱਥੇ ਮੈਂ ਦੱਸ ਦਿੰਦਾ ਕਿ ਸਰਦਾਰ ਮਨਪ੍ਰੀਤ ਸਿੰਘ ਜਿਹੜੇ ਨੇ ਉਹ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਪ੍ਰਧਾਨ ਨੇ ਤੇ ਇਸ ਜਥੇਬੰਦੀ ਦੇ ਨਾਲ 8736 ਦੇ ਨਾਲ ਵੀ ਜੁੜੇ ਹੋਏ ਨੇ ਤੇ ਇਸ ਸਾਰੇ ਮੋਰਚੇ ਨੂੰ ਅਗਵਾਈ ਵੀ ਦੇ ਰਹੇ ਨੇ। ਇਸ ਉੱਤੇ ਵੀ ਗੱਲਬਾਤ ਕਰਾਂਗੇ। ਇੱਕ ਪਿਛਲੀ ਜੋ ਸਥਿਤੀ ਰਹੀ ਹੈ ਕਿ ਇਹ ਸ਼ੁਰੂ ਕਿੱਥੋਂ ਹੋਇਆ, ਕਦੋਂ ਇਹਨਾਂ ਦੀ ਭਰਤੀ ਹੋਈ, ਉਸ ਵੇਲੇ ਸਰਕਾਰਾਂ ਦਾ ਕੀ ਰੁਖ ਰਿਹਾ, ਮੌਜੂਦਾ ਸਮੇਂ ਦੇ ਵਿੱਚ ਸਰਕਾਰ ਨੇ ਕਿਵੇਂ ਲਾਰੇ ਲਾਏ, ਕੁਝ ਸਵਾਲ ਇਹਦੇ ਇਰਦ ਗਿਰਦ ਜਿਹੜੇ ਹੋਣਗੇ। ਸਵਾਗਤ ਹੈ ਤੁਹਾਡਾ ਮਨਪ੍ਰੀਤ ਸਿੰਘ ਜੀ। ਬਹੁਤ ਬਹੁਤ ਧੰਨਵਾਦ ਜੀ ਸੁਖਮੰਦਰ ਜੀ। ਬਹੁਤ ਅਸੀਂ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਜਿਹੜੀ ਸਾਡੀ ਆਵਾਜ਼ ਆ, ਜੋ ਸਾਡੀ ਸੱਚਾਈ ਆ, ਉਹਨੂੰ ਲੋਕਾਂ ਤੱਕ, ਦਰਸ਼ਕਾਂ ਤੱਕ ਪਹੁੰਚਾ ਰਹੇ ਹੋ। ਤੇ ਸਮੂਹ ਦਰਸ਼ਕਾਂ ਦਾ ਵੀ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ, ਧੰਨਵਾਦ। ਸ਼ੁਰੂਆਤ ਇੱਥੋਂ ਕਰਦੇ ਹਾਂ ਕਿ ਪਹਿਲਾਂ ਮੈਨੂੰ ਇਹ ਦੱਸਿਓ ਕਿ ਤੁਹਾਡੀ ਯੂਨੀਅਨ 8736 ਸਿੱਖਿਆ ਪ੍ਰੋਵਾਈਡਰ, ਇਹਦੇ ਵਿੱਚ ਮੈਂ ਪੜ੍ਹ ਰਿਹਾ ਸੀ ਕਿ ਵੱਖ-ਵੱਖ ਵਰਗ ਨੇ। ਇੱਕ ਉਹਦੇ ਬਾਰੇ ਦੱਸਿਓ, ਜਦੋਂ ਤੋਂ ਭਰਤੀ ਹੋਏ ਉਦੋਂ ਕੀ ਮਤਲਬ ਕਿ ਪ੍ਰੋਸੀਜਰ ਸੀਗਾ, ਕਿਵੇਂ ਭਰਤੀ ਹੋਏ, ਕਿਵੇਂ ਇਸ ਪਾਸੇ ਵੱਲ ਨੂੰ ਤੁਰੇ ਤੇ ਉਸ ਵੇਲੇ ਸਰਕਾਰਾਂ ਦਾ ਕੀ ਰੁਖ ਰਿਹਾ, ਇਹ ਵੀ ਨਾਲ ਨਾਲ ਦੱਸਦੇ ਚੱਲੋ ਜੀ। ਮੈਂ ਆਪਣੇ ਤੋਂ ਸ਼ੁਰੂ ਕਰਦਾ। ਮੈਂ ਜਦੋਂ ਭਰਤੀ ਹੋਇਆ ਤਾਂ 2008 ਅਗਸਤ 2008 ਦੇ ਵਿੱਚ ਮੇਰੀ ਭਰਤੀ ਹੋਈ ਹੈ। ਉਦੋਂ ਸਰਕਾਰਾਂ ਦੇ ਜਿਹੜੇ ਆਪਦੇ ਸਿਸਟਮ ਨਾਲ, ਜਿਵੇਂ ਸਰਕਾਰਾਂ ਨੇ ਸਾਨੂੰ ਭਰਤੀ ਕੀਤਾ, ਤਾਂ ਉਹ ਹੁਣ ਸਾਡੇ ਤੇ ਮਤਲਬ ਉਹ ਚਲੋ ਉਹਨਾਂ ਦੀ ਮਰਜ਼ੀ ਜਾਂ ਉਹਨਾਂ ਦਾ ਤਰੀਕਾ ਸੀਗਾ ਲਾਉਣ ਦਾ। ਸਾਨੂੰ ਐਜ਼ ਮਤਲਬ ਟੀਚਰ ਦੇ ਤੌਰ ਤੇ ਹੀ ਭਰਤੀ ਕੀਤਾ ਗਿਆ ਸੀਗਾ। ਸਾਡੀ ਜਿਹੜੀ ਬਕਾਇਦਾ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਮਤਲਬ ਜਾਰੀ ਹੋਈਆਂ ਗੱਲਾਂ ਬਾਤਾਂ, ਉਸ ਤੋਂ ਬਾਅਦ ਬਲਾਕ ਦੇ ਵਿੱਚ ਤੇ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਬਣੀਆਂ ਸੀ ਉਹਨਾਂ ਤੋਂ ਭਰਤੀ ਕਰਾਇਆ ਗਿਆ ਕਿ ਜਿਹੜਾ ਪਿੰਡ ਦੇ ਵਿੱਚ ਕੋਈ ਬੰਦਾ ਜਿਹੜਾ ਵੀ ਇੰਨਾ ਮਤਲਬ ਮੰਨ ਲਓ ਪੜ੍ਹਾਈ ਹੈ, ਘੱਟੋ ਘੱਟ BA ਰੱਖੇ ਗਏ ਸੀ ਉਦੋਂ, ਘੱਟ ਤੋਂ ਘੱਟ ਜਿਹੜਾ BA ਪੜ੍ਹਿਆ ਹੋਇਆ ਉਹਦੇ ਸਾਰੇ ਸਰਟੀਫਿਕੇਟ ਦਾ ਅਪਲਾਈ ਕਰਵਾਇਆ ਜਾਵੇ। ਬਕਾਇਦਾ ਗੁਰਦੁਆਰਾ ਸਾਹਿਬ ਵਿੱਚ ਅਨਾਉਂਸਮੈਂਟ ਕੀਤੀਆਂ ਗਈਆਂ। ਔਰ ਜਿਵੇਂ ਮੰਨ ਲਓ ਇੱਕ ਪਿੰਡ ਵਿੱਚ 5 ਜਣੇ ਸੀਗੇ ਤਾਂ ਉਹਨਾਂ ਦੀਆਂ ਫਾਈਲਾਂ ਲਈਆਂ ਗਈਆਂ। ਫਿਰ ਕਮੇਟੀ ਦੇ ਥਰੂ ਜਿਹੜੇ ਉਹਨਾਂ ਵਿੱਚੋਂ ਜਿਵੇਂ ਮੰਨ ਲਓ ਉਹਨਾਂ ਦੀ ਮੈਰਿਟ ਬਣੀ, ਜਿਹੜੇ ਦੇ ਨੰਬਰ ਜ਼ਿਆਦੇ ਜਾਂ ਜਿੱਦਾਂ ਸੀਗੇ, ਉਹਨਾਂ ਨੂੰ ਉੱਥੇ ਮਤਲਬ ਲਾ ਕੇ ਉਹਨਾਂ ਦੀਆਂ ਫਾਈਲਾਂ ਬਲਾਕ ਵਿੱਚ, ਅੱਗੇ ਡਿਸਟ੍ਰਿਕਟ ਵਿੱਚ ਤੇ ਅੱਗੇ ਪੰਜਾਬ ਤੱਕ, ਮਤਲਬ ਪੂਰੇ ਸਟੇਟ ਤੱਕ ਪਹੁੰਚੀਆਂ। ਸੋ ਭਰਤੀ ਦਾ ਜਿਹੜਾ ਪ੍ਰੋਸੈਸ ਸਰਕਾਰ ਨੇ ਅਪਣਾਇਆ, ਅਸੀਂ ਉਸ ਪ੍ਰੋਸੈਸ ਦੇ ਥਰੂ ਹੀ ਲੱਗੇ ਹੋਏ ਹਾਂ। ਉਸ ਤੋਂ ਬਾਅਦ ਜਿਵੇਂ ਜਿਵੇਂ ਸਰਕਾਰਾਂ ਅੱਗੇ ਵਧਦੀਆਂ ਗਈਆਂ, ਸਰਕਾਰਾਂ ਜਿਵੇਂ ਪਹਿਲਾਂ ਬਾਦਲ ਸਰਕਾਰ ਦੀ ਗੱਲ ਕਰੀਏ, 2 ਵਾਰੀ ਬਾਦਲ ਸਰਕਾਰ ਆਈ ਆ, ਤਾਂ ਉਹਨਾਂ ਨੇ ਸਾਡੀ ਜਿਹੜੀ ਤਨਖਾਹ ਸੀ ਜਦੋਂ ਅਸੀਂ ਲੱਗੇ ਹਾਂ ਤਾਂ 2500 ਰੁਪਈਆ ਸੀਗੀ ਸਿਰਫ। ਉਸ ਤੋਂ ਬਾਅਦ ਸਾਡੀ ਤਨਖਾਹ ਵਿੱਚ ਵਾਧਾ ਕੀਤਾ ਗਿਆ ਤਾਂ 4500 ਹੋਈ। ਉਸ ਤੋਂ ਬਾਅਦ ਮਤਲਬ ਸਾਡਾ ਕਈ ਵਾਰ ਵਾਧਾ ਕੀਤਾ ਗਿਆ। ਜਿਵੇਂ ਅੱਜ ਦੀ ਮੈਂ ਗੱਲ ਕਰਾਂ ਤਾਂ ਮੈਂ 11000 ਤਨਖਾਹ ਲੈ ਰਿਹਾ ਸੀਗਾ। ਉਸ ਤੋਂ ਬਾਅਦ ਜਿਹੜੀਆਂ ਅਗਲੀ ਕੈਪਟਨ ਦੀ ਸਰਕਾਰ ਆਈ ਤਾਂ ਉਹਨਾਂ ਨੇ ਜਿਹੜਾ ਸਾਡਾ 419 ਦਿਨਾਂ ਦਾ ਧਰਨਾ ਚੱਲਿਆ ਸੀ, ਉਹਦੇ ਵਿੱਚ ਕੈਪਟਨ ਸਾਹਿਬ ਪਹੁੰਚੇ। ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਆਉਂਦਿਆਂ ਨਾਲ ਸਰਕਾਰ ਦੇ ਵਿੱਚ ਤੁਹਾਨੂੰ ਰੈਗੂਲਰ ਕਰ ਦਿਆਂਗਾ। ਤਾਂ ਕੁੱਲ ਮਿਲਾ ਕੇ ਚੋਣ ਸਟੰਟ ਮਤਲਬ ਸਾਡੇ ਨਾਲ ਚੱਲਦੇ ਰਹੇ ਆ। ਜਦੋਂ ਇਹ ਗੱਲਬਾਤ ਹੋਈ ਆ ਤਾਂ ਅਸੀਂ ਉਹਨਾਂ ਨੂੰ ਕਿਹਾ ਠੀਕ ਹੈ ਜੀ, ਤੁਸੀਂ ਸਾਨੂੰ ਰੈਗੂਲਰ ਕਰਿਓ, ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਆਪਦੇ ਰਿਸ਼ਤੇਦਾਰਾਂ ਤੋਂ, ਸਾਰਿਆਂ ਤੋਂ। ਪਰ ਜਦੋਂ ਉਹਨਾਂ ਦੀ ਸਰਕਾਰ ਆਈ, ਉਹਨਾਂ ਨੇ ਸਾਡੇ ਨਾਲ ਇੱਕ ਮੀਟਿੰਗ ਕਰਨੀ ਵੀ ਮਤਲਬ ਮੁਨਾਸਬ ਨਹੀਂ ਸਮਝੀ। ਅਸੀਂ ਬਹੁਤ ਜ਼ੋਰ ਲਾਉਂਦੇ ਰਹੇ ਤੇ ਬਾਕੀ ਚੀਜ਼ਾਂ ਤਾਂ ਅਸੀਂ ਦੇਖੀਆਂ ਹੀ ਆ ਕਿ ਕਿੱਥੇ ਕਿੱਥੇ ਜੋ ਝੂਠ ਸੱਚ ਹੈਗਾ। ਚਲੋ ਆਪਦੇ ਨਾਲ ਜੁੜੀਆਂ, ਸਾਡੇ ਨਾਲ ਇਹ ਆ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ, ਸਾਡੇ ਨਾਲ ਮੀਟਿੰਗ ਤੱਕ ਵੀ ਨਹੀਂ ਮਿਲੀ। ਬਟ ਉਸ ਤੋਂ ਬਾਅਦ ਜਦੋਂ ਇਹ ਸਰਕਾਰ ਚੱਲ ਰਹੀ ਸੀ ਤਾਂ ਜਦੋਂ ਚੰਨੀ ਸਾਹਿਬ ਆਏ, ਸਰਕਾਰ ਦਾ ਫਿਰ ਮੁੱਖ ਮੰਤਰੀ ਚੇਂਜ ਹੋਇਆ, ਤਾਂ ਉਹਨਾਂ ਨੇ ਆਉਂਦਿਆਂ ਨਾਲ 36000 ਜਿਹੜੇ ਕੱਚੇ ਮੁਲਾਜ਼ਮਾਂ ਸੀ, ਬੋਰਡ ਲੱਗੇ ਦੇਖੇ ਸਾਰਿਆਂ ਨੇ, ਤਾਂ 36000 ਮੁਲਾਜ਼ਮਾਂ ਦਾ ਜਿਹੜੇ ਬੋਰਡ ਲਾ ਦਿੱਤੇ ਗਏ ਕਿ ਜਿਹਦੇ ਵਿੱਚ ਤੁਹਾਨੂੰ ਅਸੀਂ ਰੈਗੂਲਰ ਕਰ ਰਹੇ ਹਾਂ ਕੱਚੇ ਮੁਲਾਜ਼ਮਾਂ ਨੂੰ। ਲਿਸਟਾਂ ਵੀ ਆਈਆਂ ਪਰ ਸਾਨੂੰ ਉਹਦੇ ਵਿੱਚ ਕੁਝ ਲੱਭਿਆ ਹੀ ਨਹੀਂ ਕਿ ਸਾਡਾ ਜਿਹੜਾ ਨਾਮ ਹੈ ਜਾਂ ਸਾਡੇ ਕੈਟਾਗਰੀਜ਼, ਕੁਝ ਵੀ ਨਹੀਂ ਲੱਭਿਆ। ਤਾਂ ਉਹ ਸਰਕਾਰ ਜਾਂਦੀ ਬਣੀ। ਨਾਲ ਦੀ ਨਾਲ ਜਿਹੜੀ ਅਗਲੀ ਸਰਕਾਰ, ਜਦੋਂ ਮਾਨ ਸਰਕਾਰ ਆਈ ਹੈ, ਤਾਂ ਇਹਨਾਂ ਨੇ ਵੀ ਉਸ ਸਮੇਂ ਸਾਡੀਆਂ ਦਰੀਆਂ ਤੇ ਬੈਠ ਕੇ ਸਾਡੇ ਨਾਲ ਵਾਅਦਾ ਕੀਤਾ ਕਿ ਤੁਹਾਨੂੰ ਅਸੀਂ ਆਉਂਦਿਆਂ ਨਾਲ ਪਹਿਲੀ ਕੈਬਨਿਟ ਦੇ ਵਿੱਚ ਰੈਗੂਲਰ ਕਰਾਂਗੇ। ਔਰ ਅਸੀਂ ਇਸ ਗੱਲ ਦਾ ਚਲੋ ਸਾਨੂੰ ਵਿਸ਼ਵਾਸ ਸੀਗਾ, ਅਸੀਂ ਕੀਤਾ, ਵੱਧ ਤੋਂ ਵੱਧ ਵੋਟਾਂ ਪਾਈਆਂ, ਸਰਕਾਰ ਲਿਆਂਦੀ। ਔਰ ਸਰਕਾਰ ਵੀ ਬੜੇ ਵਧੀਆ, ਤੁਹਾਨੂੰ ਵੀ ਪਤਾ ਹੈ ਕਿ ਬਹੁਤ ਵਧੀਆ ਸੀਟਾਂ ਲੈ ਕੇ ਸਰਕਾਰ ਬਣੀ, ਕਿਉਂਕਿ ਲੋਕਾਂ ਦਾ ਰੋਸ ਸੀ ਦੂਜੀਆਂ ਸਰਕਾਰਾਂ ਦੇ ਕਿ ਨਵੀਂ ਸਰਕਾਰ ਆਊਗੀ, ਕੁਛ ਨਾ ਕੁਛ ਇਹਦੇ ਵਿੱਚ ਚੇਂਜ ਆਊਗਾ। ਸੋ ਸਰਕਾਰ ਬਣੀ, ਵਧੀਆ ਆਈ। ਸਾਡੇ ਨਾਲ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਵਾਅਦੇ ਨੂੰ ਸ਼ੁਰੂ ਮਤਲਬ ਕੀਤਾ ਇਹਨਾਂ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸਾਡੇ ਨਾਲ ਟੇਬਲ ਟਾਕਸ ਹੋਈਆਂ, ਗੱਲਾਂ ਬਾਤਾਂ ਹੋਈਆਂ, ਜੋ ਵਾਅਦਾ ਸੀ ਉਹਦੇ ਵਾਸਤੇ ਇਹਨਾਂ ਨੇ ਪ੍ਰੋਸੈਸ ਸ਼ੁਰੂ ਕੀਤਾ। ਔਰ ਉਹਦੇ ਵਿੱਚ ਭਗਵੰਤ ਮਾਨ ਜੀ ਨੇ 5 ਸਤੰਬਰ ਨੂੰ
ਇੱਕ ਫਿਗਰ ਅਨਾਉਂਸ ਕੀਤੀ 8736 8736 ਜਿਹੜੇ ਅਧਿਆਪਕ ਨੇ ਜਾਂ ਜਿਹੜੇ ਨਾਨ ਟੀਚਿੰਗ ਵਿੱਚ ਸਟਾਫ ਆ ਰਹੇ ਨੇ, ਇਹਨਾਂ ਦੇ ਰੈਗੂਲਰ 10 ਸਾਲ ਪੂਰੇ ਹੋ ਰਹੇ ਨੇ। ਬਕਾਇਦਾ 10 ਸਾਲਾ ਪਾਲਿਸੀ ਬਣਾਈ ਗਈ ਹੈ, ਉਹਦੇ ਵਿੱਚ ਇਹਨਾਂ ਨੂੰ ਫਿੱਟ ਕਰਕੇ ਤੇ ਰੈਗੂਲਰ ਕੀਤਾ ਜਾਊਗਾ। ਤਾਂ ਜਿਹੜੀ ਉਹ 10 ਸਾਲਾ ਪਾਲਿਸੀ ਬਣੀ ਉਹ ਸਾਡੇ ਕੋਲ ਵੀ ਹੈ, ਕਹੋਗੇ ਤੁਹਾਨੂੰ ਮੈਂ ਪ੍ਰੋਵਾਈਡ ਵੀ ਕਰਵਾ ਦੂੰਗਾ। ਤਾਂ 10 ਸਾਲਾ ਪਾਲਿਸੀ ਦੇ ਤਹਿਤ ਸਾਡਾ ਜਿਹੜਾ ਕੰਮ ਫਿਰ ਸਰਕਾਰ ਨੇ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਵੀ ਸਾਡੀਆਂ ਟੇਬਲ ਟਾਕਸ ਹੁੰਦੀਆਂ ਰਹੀਆਂ, ਔਰ ਜਦੋਂ ਨਾਲ ਦੀ ਨਾਲ ਉਹਨਾਂ ਨੇ ਪ੍ਰੋਗਰਾਮ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ ਕਿ ਜਿਹੜੀਆਂ ਸਾਡੀਆਂ ਵੈਰੀਫਿਕੇਸ਼ਨਸ ਹੋਣੀਆਂ ਸੀਗੀਆਂ ਦਫ਼ਤਰਾਂ ਦੇ ਥਰੂ, ਡੀਓ ਦਫ਼ਤਰਾਂ ਦੇ ਥਰੂ, ਜ਼ਿਲ੍ਹਾ ਹੈੱਡਕੁਆਟਰਾਂ ਤੇ ਉਹਨਾਂ ਨੇ ਇਸ ਚੀਜ਼ ਦਾ ਕਰਵਾਇਆ ਕਿ ਜ਼ਿਲ੍ਹੇ ਦੇ ਥਰੂ ਤੁਹਾਡੀਆਂ ਜਿਹੜੀਆਂ ਵੈਰੀਫਿਕੇਸ਼ਨਸ ਹੋਣਗੀਆਂ। ਤੋ ਸਾਡਾ ਉਹ ਵੀ ਪ੍ਰੋਸੈਸ 3 ਮਹੀਨੇ ਦਾ ਟਾਈਮ ਦਿੱਤਾ ਗਿਆ ਤੇ 3 ਮਹੀਨੇ ਦੇ ਵਿੱਚ ਉਹ ਕੰਪਲੀਟ ਕਰ ਦਿੱਤਾ ਗਿਆ। ਉਸ ਤੋਂ ਬਾਅਦ ਵੀ ਅਸੀਂ ਮਿਲਦੇ ਰਹੇ ਹਾਂ ਤੇ ਆਪਣੇ ਵੱਖ-ਵੱਖ ਸਟੇਜਾਂ ਦੇ ਉੱਤੋਂ ਮੁੱਖ ਮੰਤਰੀ ਸਾਹਿਬ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਅਨਾਉਂਸ ਕਰਦੇ ਰਿਹਾ ਕਿ ਇਹਨਾਂ ਦਾ ਇੰਨਾ ਕੰਮ ਕੰਪਲੀਟ ਹੋ ਗਿਆ, ਇੰਨਾ ਮਤਲਬ ਲਾਸਟ 99% ਤੱਕ ਗੱਲ ਪਹੁੰਚ ਗਈ ਕਿ 99% ਇਹਨਾਂ ਦਾ ਕੰਮ ਕੰਪਲੀਟ ਹੋ ਚੁੱਕਾ ਹੈ ਤੇ ਜਿਹੜੇ ਇਹਨਾਂ ਨੂੰ ਆਰਡਰਸ ਆ ਉਹ ਜਲਦੀ ਦਿੱਤੇ ਜਾਣਗੇ। ਸਾਨੂੰ ਵੀ ਜਦੋਂ ਅਸੀਂ ਮੀਟਿੰਗ ਲੈਂਦੇ ਸੀ ਤਾਂ ਸਾਨੂੰ ਇਹੀ ਜਵਾਬ ਦਿੱਤਾ ਜਾਂਦਾ ਸੀ ਕਿ ਜਿਹੜੇ ਤੁਹਾਡੇ ਆਰਡਰਸ ਆ ਉਹ ਤੁਹਾਨੂੰ ਬਹੁਤ ਜਲਦ ਕਰਕੇ, ਫਾਈਨਲੀ ਡੇਟ ਨਹੀਂ ਸੀ ਸਾਨੂੰ ਦੇ ਰਹੇ ਕਿ ਕਿਸ ਦਿਨ ਮਿਲਣਗੇ। ਅਸੀਂ ਬਹੁਤ ਕੋਸ਼ਿਸ਼ ਕਰਦੇ ਰਹੇ, ਪਰ ਜਿੱਥੋਂ ਤੱਕ ਸਾਡਾ ਅੰਦਾਜ਼ਾ ਜੋ ਸਾਨੂੰ ਮਹਿਸੂਸ ਹੋਇਆ ਕਿ ਜਦੋਂ ਜਿਮਨੀ ਚੋਣ ਆਈ ਹੈ ਉਸ ਤੋਂ ਬਾਅਦ ਪਤਾ ਨਹੀਂ ਸਰਕਾਰ ਦੀ ਨੀਅਤ ਦੇ ਵਿੱਚ ਕੀ ਚੇਂਜ ਆਇਆ, ਉਹ ਸਾਡੀ ਸਮਝ ਤੋਂ ਬਾਹਰ ਹੈ। ਸੋ ਉੱਥੋਂ ਆ ਕੇ ਸਰਕਾਰ ਨੇ ਇਸ ਚੀਜ਼ ਨੂੰ ਸਾਰੀ ਨੂੰ ਪਾਲਿਸੀ ਨੂੰ ਇੱਕ ਪਾਸੇ ਰੱਖ ਦਿੱਤਾ ਤੇ ਜਿਹੜਾ ਤਨਖਾਹ ਦਾ ਵਾਧਾ ਹੈ, ਜਦੋਂ ਕਿ ਸਾਡੇ ਨਾਲ ਇੱਕ ਵਾਰੀ ਵੀ ਇਸ ਗੱਲ ਤੇ ਤਨਖਾਹ ਨਹੀਂ ਹੋਈ, ਤਨਖਾਹ ਦੀ ਗੱਲ ਨਹੀਂ ਹੋਈ ਕਿ ਤਨਖਾਹ ਦਾ ਵਾਧਾ ਦੇਵਾਂਗੇ, ਪ੍ਰੋਪਰ ਜਿਹੜੀ ਰੈਗੂਲਰ ਨੂੰ ਜੋ ਕੁਝ ਮਾਣ ਭੱਤੇ ਜੋ ਕੁਝ ਮਿਲਦਾ ਹੈ ਸਾਨੂੰ ਉਸ ਤਰੀਕੇ ਨਾਲ ਹੀ ਰੈਗੂਲਰ ਕਰਨ ਜਾ ਰਹੇ ਸੀਗੇ। ਹਰਜੋਤ ਸਿੰਘ ਬੈਂਸ ਜੀ ਦੇ ਕੋਠੀ ਦੇ ਵਿੱਚ ਜਦੋਂ ਅਸੀਂ ਮੁਲਾਕਾਤਾਂ ਕਰਦੇ ਰਹੇ, ਉਹਨਾਂ ਨੇ ਬਕਾਇਦਾ ਸਾਨੂੰ ਇਹ ਗੱਲ ਕਹੀ ਕਿ ਤੁਹਾਨੂੰ ਜੋ ਅਸੀਂ ਨਵੀਆਂ ਭਰਤੀਆਂ ਕਰ ਰਹੇ ਹਾਂ ਉਹਦੇ ਮੁਤਾਬਕ ਜੋ ਕੁਝ ਉਹਨਾਂ ਨੂੰ ਮਿਲੂਗਾ ਐਜ਼ ਇਟ ਇਜ਼ ਤੁਹਾਨੂੰ ਦਿੱਤਾ ਜਾਊਗਾ, ਕਿਉਂਕਿ ਤੁਹਾਡੇ 15 ਸਾਲ ਸਰਕਾਰ ਨੂੰ ਦਿੱਤੇ ਹੋਏ ਨੇ, ਸਕੂਲ ਤੁਸੀਂ ਚਲਾਏ ਨੇ ਆਲਰੇਡੀ, ਤੁਹਾਡਾ ਮਾਣ ਬਣਦਾ ਹੈ, ਅਸੀਂ ਕਰਾਂਗੇ। ਪਰ ਦੁੱਖ ਸਾਨੂੰ ਇਸ ਗੱਲ ਤੇ ਆਇਆ ਆ ਕੇ ਕਿ ਜਦੋਂ ਉਹ ਸਾਰੀ ਚੀਜ਼ ਨੂੰ ਇੱਕ ਪਾਸੇ ਰੱਖ ਦਿੱਤਾ ਗਿਆ ਤੇ ਜਿਹੜਾ ਸਾਡਾ ਸਿਰਫ ਤਨਖਾਹ ਦਾ ਵਾਅਦਾ ਕਰਕੇ ਤੇ ਲੋਕਾਂ ਦੇ ਵਿੱਚ ਪ੍ਰਚਾਰ ਇਹ ਕੀਤਾ ਜਾ ਰਿਹਾ ਹੈ ਕਿ ਅਸੀਂ ਇਹਨਾਂ ਨੂੰ ਪੱਕੇ ਕਰਤਾ। ਤਾਂ ਪੱਕੇ ਦਾ ਸ਼ਬਦ ਉਹ ਇਸ ਚੀਜ਼ ਨੂੰ ਲੈ ਰਹੇ ਆ ਕਿ 58 ਸਾਲ ਤੱਕ ਤੁਹਾਡੀ ਨੌਕਰੀ ਪੱਕੀ ਹੈ, ਤੁਹਾਨੂੰ ਕੋਈ ਹਿਲਾ ਨਹੀਂ ਸਕਦਾ। ਮੈਂ ਦੱਸ ਦੇਣਾ ਚਾਹੁੰਦਾ 2008 ਤੋਂ ਮੈਂ ਲੱਗਿਆ, ਅੱਜ ਤੱਕ ਮੈਨੂੰ ਕਿਸੇ ਨੇ ਕੋਈ ਚੈਲੰਜ ਨਹੀਂ ਕੀਤਾ, ਕੋਈ ਹਿਲਾਉਣ ਦੀ ਗੱਲ ਨਹੀਂ ਕੀਤੀ। ਸੋ ਸਰਕਾਰ ਕਿਤੇ ਨਾ ਕਿਤੇ ਆ ਕੇ ਝੂਠ ਦਾ ਪਲੰਦਾ ਲੋਕਾਂ ਦੇ ਵਿੱਚ ਰੱਖ ਰਹੀ ਹੈ ਕਿ ਅਸੀਂ ਤੁਹਾਨੂੰ ਜਿਹੜਾ ਵਾਅਦਾ ਦੇ ਰਹੇ ਹਾਂ ਬਹੁਤ ਵਧੀਆ ਹੋ ਜਾਊਗਾ, ਪਰ ਇਹੋ ਜੀ ਕੋਈ ਗੱਲ ਨਹੀਂ ਹੈਗੀ। ਜੋ ਸਾਡੇ ਨਾਲ ਰੈਗੂਲਰ ਦਾ ਪ੍ਰੋਸੈਸ ਚਲਾਇਆ ਸੀ, ਸਾਡੀ ਪਾਲਿਸੀ ਬਣੀ ਹੈ, ਸਾਡੀ ਮੰਗ ਇਹੀ ਹੈ ਕਿ ਸਾਨੂੰ ਉਹਦੇ ਉੱਤੇ ਜਿਹੜਾ ਸਾਡਾ ਬਣਦਾ ਜੋ ਮਤਲਬ ਸਾਡੀ ਪਾਲਿਸੀ ਹੈ, ਸਾਨੂੰ ਰੈਗੂਲਰ ਦੇ ਆਰਡਰ ਦਿੱਤੇ ਜਾਣ। ਸਾਡੀ ਇੱਕ ਬਸ ਫਾਈਨਲੀ ਇਹੀ ਮੰਗ ਹੈ ਜੀ। ਅੱਛਾ ਮਨਪ੍ਰੀਤ ਸਿੰਘ ਜੀ, ਮੈਂ ਫੇਰ ਥੋੜਾ ਜਿਹਾ ਪਿਛੋਕੜ ਚ ਜਾਣਾ ਚਾਹਾਂਗਾ। ਮੈਂ ਚਾਹੁੰਦਾ ਕਿ ਸਟੈਪ ਬਾਈ ਸਟੈਪ ਆਪਾਂ ਅੱਗੇ ਵਧੀਏ। ਹੁਣ ਤੁਸੀਂ ਡਿਟੇਲਡ ਦੱਸ ਦਿੱਤੀ ਕਿ ਹੁਣ ਤੱਕ ਕੀ ਕੁਝ ਹੋਇਆ। ਮੈਨੂੰ ਇਹ ਦੱਸਿਓ ਕਿ ਜਦੋਂ ਤੁਹਾਨੂੰ ਭਰਤੀ ਕੀਤਾ ਗਿਆ ਸੀਗਾ, ਕੀ ਉਦੋਂ ਕੋਈ ਇਹੋ ਜਿਹਾ ਭਰੋਸਾ ਦਿੱਤਾ ਗਿਆ ਸੀਗਾ ਕਿ ਤੁਹਾਨੂੰ ਪੱਕਿਆਂ ਕੀਤਾ ਜਾਊਗਾ, ਜਾਂ ਕੋਈ ਲਿਖਤੀ ਤੌਰ ਉੱਤੇ ਤੁਹਾਨੂੰ ਮਿਲਿਆ ਹੋਵੇ, ਜਾਂ ਫਿਰ ਉਦੋਂ ਤੁਹਾਡਾ ਕੋਈ ਠੇਕਾ ਸਿਸਟਮ ਸੀਗਾ ਕਿ ਇੰਨੇ ਕੁ ਸਾਲ ਤੁਹਾਨੂੰ ਰੱਖਾਂਗੇ, ਉਸ ਤੋਂ ਬਾਅਦ ਇਹਨੂੰ ਵਧਾਉਂਦੇ ਰਵਾਂਗੇ ਸਾਲ ਦਰ ਸਾਲ? ਜੀ ਉਹਦੇ ਵਿੱਚ ਜੇ ਮੈਂ ਬਿਲਕੁਲ ਸੱਚ ਦੱਸਾਂ ਤੇ ਉਹਦੇ ਵਿੱਚ ਇਹੋ ਜਿਹਾ ਕੁਝ ਨਹੀਂ ਸੀਗਾ ਕਿ ਤੁਹਾਨੂੰ ਅਸੀਂ ਲਾਵਾਂਗੇ ਤੇ ਨਾਲ ਦੀ ਨਾਲ ਰੈਗੂਲਰ ਕਰਾਂਗੇ, ਕਿਉਂਕਿ ਸਰਕਾਰ ਦੀ ਲੋੜ ਸੀ। ਸਰਕਾਰ ਨੇ ਆਪਣੀ ਲੋੜ ਪੂਰੀ ਕਰਨ ਲਈ, ਸਕੂਲ ਬੰਦ ਸੀ, ਸਕੂਲਾਂ ਦੇ ਵਿੱਚ ਟੀਚਰ ਨਹੀਂ ਸੀ, ਭਰਤੀਆਂ ਕਰ ਨਹੀਂ ਰਹੀ ਸੀ ਸਰਕਾਰ। ਸੋ ਸਰਕਾਰ ਨੇ ਆਪਣੇ ਸਕੂਲ ਚਲਾਉਣ ਵਾਸਤੇ ਇੱਕ ਸਮਝ ਲਓ ਪ੍ਰੋਜੈਕਟ ਲਿਆਂਦਾ, ਜਿਹਦੇ ਤਹਿਤ ਸਾਡੀ ਜਿਹੜੀ ਭਰਤੀ ਕੀਤੀ ਗਈ। ਜਦੋਂ ਸਰਕਾਰ ਦੇ ਸਕੂਲ ਬੰਦ ਸੀ, ਅਸੀਂ ਉਹਨਾਂ ਟਾਈਮਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਪੂਰੀ ਮਿਹਨਤ ਕਰਕੇ ਬੱਚੇ ਲਿਆਂਦੇ, ਬੱਚਿਆਂ ਨੂੰ ਪੜ੍ਹਾਇਆ, ਔਰ ਅੱਜ ਤੱਕ ਮਤਲਬ ਅਸੀਂ ਇਮਾਨਦਾਰੀ ਨਾਲ, ਕਿਉਂਕਿ ਸਾਨੂੰ ਰੋਸ ਜ਼ਰੂਰ ਹੈ ਸਰਕਾਰਾਂ ਨਾਲ, ਪਰ ਜਿਹੜੇ ਬੱਚੇ ਸਾਡੇ ਸਾਹਮਣੇ ਬੈਠਦੇ ਆ ਨਾ, ਉਹਨਾਂ ਨੂੰ ਕੋਈ ਪਤਾ ਨਹੀਂ ਕਿ ਅਸੀਂ ਕੌਣ ਆ। ਉਹਨਾਂ ਵਾਸਤੇ ਇੱਕ ਅਧਿਆਪਕ ਆ ਜਿਹੜੇ ਅਸੀਂ ਉਹਨਾਂ ਨੂੰ ਪੜ੍ਹਾਉਣ ਵਾਸਤੇ ਕਲਾਸਰੂਮ 'ਚ ਬੈਠੇ ਆ। ਅੱਜ ਤੱਕ ਸਾਡਾ ਰਿਕਾਰਡ ਰਿਹਾ ਕਿ ਅਸੀਂ ਪੂਰੀ ਮਿਹਨਤ ਨਾਲ, ਪੂਰੀ ਸ਼ਿੱਦਤ ਨਾਲ ਬੱਚਿਆਂ ਨੂੰ ਪੜ੍ਹਾਇਆ, ਪਰ ਜਿਹੜਾ ਸਾਡਾ ਬਣਦਾ ਹੱਕ ਹੈ ਸਰਕਾਰਾਂ ਨੇ ਅੱਜ ਤੱਕ ਸਾਨੂੰ ਦਿੱਤਾ ਨਹੀਂ। ਸੋ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਉਹਦੇ ਵਿੱਚ ਇਹੋ ਜਿਹਾ ਕੁਝ ਨਹੀਂ ਸੀ, ਪਰ ਸਰਕਾਰ ਨੇ ਆਪਣਾ ਜਿਹੜਾ ਡੰਗ ਟਪਾਉਣ ਲਈ ਜਾਂ ਉਸ ਚੀਜ਼ ਕਰਨ ਲਈ ਸਾਨੂੰ ਭਰਤੀ ਕੀਤਾ, ਪਰ ਅਸੀਂ ਆਪਦੀਆਂ ਕੁਆਲੀਫਿਕੇਸ਼ਨਸ ਪੂਰੀਆਂ ਕੀਤੀਆਂ ਹੋਈਆਂ। ਬਹੁਤੇ ਸਾਥੀ ਤਾਂ ਸਾਡੇ ਪਹਿਲਾਂ ਹੀ BA B.Ed MA B.Ed ਲੱਗੇ ਸੀ, ਪਰ ਜਿਹੜੇ ਸਾਥੀ ਪਿੱਛੇ ਸੀਗੇ ਉਹਨਾਂ ਨੇ ਨਾਲ ਦੀ ਨਾਲ ਆਪਣੀਆਂ ਜਿਹੜੀਆਂ ਬਣਦੀਆਂ ਕੁਆਲੀਫਿਕੇਸ਼ਨਸ ਆ ਇੱਕ ਟੀਚਰ ਦੇ ਤੌਰ ਤੇ ਉਹ ਪੂਰੀਆਂ ਕੀਤੀਆਂ। ਮੈਂ ਨਾਲ ਦੀ ਨਾਲ ਦੱਸ ਦੇਣਾ ਚਾਹੁੰਦਾ ਕਿ ਕੱਲ ਅਸੀਂ ਤੁਹਾਡੇ ਚੈਨਲ ਤੋਂ ਦੇਖ ਰਹੇ ਸੀ ਕਿ ਕੋਈ ਗੱਲ ਕਰ ਰਹੇ ਸੀਗੇ ਸਰ, ਤੇ ਉਹ ਕਹਿ ਰਹੇ ਸੀ ਕਿ ਸਰਕਾਰ ਜਿਹੜੀ ਆ ਉਹ ਇਸ ਕਰਕੇ ਰੈਗੂਲਰ ਨਹੀਂ ਕਰ ਸਕਦੀ
ਕਿ ਜਿਹੜੇ ਜਦੋਂ ਟੀਚਰ ਦੀ ਜੋ ਕੁਆਲੀਫਿਕੇਸ਼ਨ ਹੁੰਦੀ ਮਿਨੀਮਮ ਉਹ ਪੂਰੀ ਨਾ ਹੋਵੇ ਸਰਕਾਰ ਕਰ ਨਹੀਂ ਸਕਦੀ। ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡੇ ਵਿੱਚੋਂ ਟੋਟਲ ਦੇ ਟੋਟਲ ਸਿੱਖਿਆ ਪ੍ਰੋਵਾਈਡਰ ਅਧਿਆਪਕ ਆ ਜਿਹੜੇ, ਉਹ ਸਾਰੇ ਹੀ ਆਪਦੀਆਂ ਪੂਰੀ ਜਿਹੜੀ ਕੁਆਲੀਫਿਕੇਸ਼ਨ ਆ ਉਹਨੂੰ ਪੂਰੀ ਕਰਦੇ ਆ। ਮੈਂ ਖੁਦ MA B.Ed ਆ, ਸਾਡੇ ਵਿੱਚ MPhil PhD ਤੱਕ ਸਾਡੇ ਸਾਥੀ ਨੇ। ਮਨਪ੍ਰੀਤ ਕੌਰ ਆ ਸਾਡੇ ਸੰਗਰੂਰ ਤੋਂ ਹੀ PhD ਨੇ, ਉਹ ਉਹਨਾਂ ਦਾ ਨਾਮ ਮੈਨੂੰ ਪਤਾ, ਪਰ ਬਹੁਤ ਸਾਰੇ ਸਾਥੀ ਆ ਜਿਹੜੇ ਆਲਰੇਡੀ PhD ਤੱਕ ਪੜ੍ਹਾਈ ਕੀਤੀ ਹੋਈ ਹੈ। ਸੋ ਕੁਆਲੀਫਿਕੇਸ਼ਨ ਵੱਲੋਂ ਕੋਈ ਵੀ ਅਧਿਆਪਕ ਇਸ ਗੱਲ ਤੋਂ ਪਿੱਛੇ ਨਹੀਂ ਹੈਗਾ ਕਿ ਸਰਕਾਰ ਜੇ ਇਸ ਚੀਜ਼ ਦਾ ਬਹਾਨਾ ਲਾਵੇ ਤਾਂ। ਬਾਕੀ ਜਿਹੜੀ ਪਾਲਿਸੀ ਬਣੀ ਆ, ਪਾਲਿਸੀ ਦੇ ਤਹਿਤ ਇਹਨਾਂ ਨੇ ਸਾਰੀਆਂ ਗੱਲਾਂ ਉਹਦੇ ਵਿੱਚ ਜਦੋਂ ਵੈਰੀਫਿਕੇਸ਼ਨ ਹੋਈ ਆ ਤਾਂ ਜ਼ਿਲ੍ਹਿਆਂ ਦੇ ਵਿੱਚ ਪ੍ਰੋਪਰ ਸਰਟੀਫਿਕੇਟ ਚੈੱਕ ਕੀਤੇ ਗਏ, ਸਾਰਾ ਕੁਝ ਕੀਤਾ ਗਿਆ। ਸੋ ਇਹੋ ਜੀ ਕੋਈ ਗੱਲ ਨਹੀਂ ਹੈਗੀ। ਸਾਡਾ ਜਿਹੜਾ ਬਣਦਾ ਹੱਕ ਹੈ ਉਹ ਸਾਨੂੰ ਸਰਕਾਰ ਨੂੰ ਦੇਣਾ ਹੀ ਪਊਗਾ। ਅੱਛਾ, ਇਹ ਦੱਸਿਓ ਕਿ ਸਭ ਤੋਂ ਪਹਿਲਾਂ ਇਸ ਗੱਲ ਦਾ ਲਾਰਾ ਕਿਹੜੀ ਸਰਕਾਰ ਨੇ ਲਾਇਆ? ਕਿ ਬਾਦਲ ਸਾਹਿਬ ਉਹਨਾਂ ਨੇ ਲਾਇਆ ਸੀਗਾ ਕਿ ਤੁਹਾਨੂੰ ਪੱਕਿਆਂ ਕੀਤਾ ਜਾਏਗਾ, ਕਿ ਉਹਨਾਂ ਦੇ ਨਾਲ ਕੋਈ ਪੈਨਲ ਡਿਸਕਸ਼ਨ ਇਸ ਤਰੀਕੇ ਦੀ ਹੋਈ? ਮੁੱਖ ਮੰਤਰੀ ਜਿਹੜੇ ਨੇ ਮੌਜੂਦਾ ਉਸ ਸਮੇਂ ਦੇ ਜਾਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸੀ, ਉਹ ਨਿੱਜੀ ਤੌਰ ਦੇ ਉੱਤੇ ਤੁਹਾਨੂੰ ਉਹਨਾਂ ਨੇ ਬੁਲਾ ਕੇ ਕੋਈ ਗੱਲਬਾਤ ਕੀਤੀ, ਜਾਂ ਕੈਪਟਨ ਸਾਹਿਬ ਨੇ ਬੁਲਾ ਕੇ ਨਿੱਜੀ ਤੌਰ ਤੇ ਗੱਲਬਾਤ ਕੀਤੀ, ਜਾਂ ਚੰਨੀ ਸਾਹਿਬ ਨੇ ਕੀਤੀ? ਮਤਲਬ ਕਿ ਲਾਰਾ ਸ਼ੁਰੂ ਕਿੱਥੋਂ ਹੋਇਆ ਸੀਗਾ ਕਿ ਅਸੀਂ ਤੁਹਾਨੂੰ ਪੱਕੇ ਕਰਾਂਗੇ? ਸਾਨੂੰ ਲਾਰਾ ਤਾਂ ਜੀ ਬਾਦਲ ਸਾਹਿਬ ਤੋਂ ਹੀ ਸ਼ੁਰੂ ਹੋ ਗਿਆ ਸੀ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਉਦੋਂ ਮੁੱਖ ਮੰਤਰੀ ਰਹੇ ਨੇ, 2 ਵਾਰ ਲਗਾਤਾਰ ਸਰਕਾਰ ਰਹੀ ਹੈ, ਤੇ ਉਦੋਂ ਸਾਨੂੰ ਇਹਨਾਂ ਨੇ ਬਹੁਤ ਭਰੋਸਾ ਦੇਣ ਦਿੱਤਾ ਹਰ ਵਾਰੀ ਕਿ ਤੁਹਾਨੂੰ ਅਸੀਂ ਜਿਹੜੇ ਰੈਗੂਲਰ ਜ਼ਰੂਰ ਕਰਾਂਗੇ। ਪਰ ਉਹ ਸਿਰਫ ਗੱਲਬਾਤ ਆਉਂਦੀ ਸੀ ਜਦੋਂ ਵੋਟਾਂ ਨੇੜੇ ਆਉਂਦੀਆਂ ਸੀ ਤਾਂ ਸਾਡੇ ਮੁੱਦੇ ਨੂੰ ਚੱਕਿਆ ਜਾਂਦਾ ਸੀਗਾ ਕਿ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਵਾਅਦਾ ਕੀਤਾ, ਅਸੀਂ ਪੂਰਾ ਕਰਾਂਗੇ। ਤਾਂ ਕਿਤੇ ਨਾ ਕਿਤੇ ਫਾਈਲ ਹੈ ਜਿਹੜੀ ਉਹ 2-4-6 ਮਹੀਨੇ ਪਹਿਲਾਂ ਛੇੜੀ ਜਾਂਦੀ ਸੀ, ਤੇ ਉਹਦੇ ਵਿੱਚ ਸਮਾਂ ਇੰਨਾ ਕੁ ਰਹਿ ਜਾਂਦਾ ਸੀ ਕਿ ਜਿਹੜੀ ਚੋਣ ਜਾਬਤਾ ਲੱਗਣ ਵਾਲਾ ਫਟਾਫਟ ਆਹ ਕਰ ਲਓ, ਉਹ ਕਰ ਲਓ। ਸੋ ਇਦਾਂ ਕਰਦਿਆਂ ਕਰਾਉਂਦਿਆਂ ਸਾਨੂੰ ਕਿਤੇ ਨਾ ਕਿਤੇ ਵਿੱਚ ਅਣਦੇਖੇ ਕਰ ਦਿੱਤਾ ਜਾਂਦਾ ਸੀ। ਪਰ ਹਾਂ, ਸਾਡੇ ਨਾਮ ਤੇ ਜਿਹੜੀਆਂ ਵੋਟਾਂ ਉਹ ਹਰੇਕ ਸਰਕਾਰ ਨੇ ਬਟੋਰੀਆਂ ਕਿ ਅਸੀਂ ਕੱਚੇ ਅਧਿਆਪਕਾਂ ਨੂੰ ਪੱਕੇ ਕਰ ਰਹੇ ਹਾਂ ਜਾਂ ਇਹਨਾਂ ਦਾ ਪ੍ਰੋਸੈਸ ਚਲਾ ਰਹੇ ਹਾਂ। ਸੋ ਸਾਡੇ ਨਾਲ ਵਾਅਦਾ ਕੈਪਟਨ ਸਾਹਿਬ ਨੇ ਵੀ ਕੀਤਾ, ਸਾਡੇ ਨਾਲ ਵਾਅਦਾ ਜਿਹੜਾ ਪੱਕੇ ਕਰਨ ਦਾ ਉਹਨਾਂ ਨੇ ਵੀ ਕੀਤਾ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ, ਤੇ ਜਿਹੜੇ ਹੁਣ ਮੁੱਖ ਮੰਤਰੀ ਨੇ ਸਾਡੇ ਨਾਲ, ਇਹਨਾਂ ਨੇ ਵੀ ਵਾਅਦਾ ਕੀਤਾ। ਪਰ ਵਾਅਦਾ ਵਫਾ ਅਜੇ ਤੱਕ ਕਿਸੇ ਨੇ ਨਹੀਂ ਕੀਤਾ। ਸਾਡਾ ਸਾਰਾ ਕੁਝ ਮਤਲਬ ਸਾਡੇ ਪੂਰਾ ਜ਼ੋਰ ਲਵਾ ਕੇ, ਸਾਡੇ ਟੋਟਲ ਅਸੀਂ ਰਿਸ਼ਤੇਦਾਰਾਂ ਨੂੰ ਕਹਿ ਕੇ ਹਰ ਇੱਕ ਵਾਰ ਵੋਟਾਂ ਪਵਾਈਆਂ, ਇਹਨਾਂ ਦਾ ਸਾਥ ਦਿੱਤਾ, ਪਰ ਸਾਡਾ ਅਜੇ ਤੱਕ ਅਸੀਂ ਉੱਥੇ ਦੇ ਉੱਥੇ ਹੀ ਖੜੇ ਹਾਂ, ਸਾਡਾ ਕੋਈ ਵੀ ਹੱਲ ਪ੍ਰੋਪਰ ਨਹੀਂ ਹੋਇਆ। ਅੱਛਾ, ਕੈਟਾਗਰੀ ਵਾਈਜ਼ ਥੋੜਾ ਜਿਹਾ ਦੱਸਿਓ ਕਿ ਸਿੱਖਿਆ ਪ੍ਰੋਵਾਈਡਰ ਦੇ ਵਿੱਚ 8736 ਕੀ ਕੁੱਲ ਮਤਲਬ ਕਿ ਸਾਰੇ ਹੀ ਅਧਿਆਪਕ ਨੇ, ਜਾਂ ਫਿਰ ਉਹ ਜਿਹੜਾ ਪੜਾਉਂਦੇ ਨੇ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਨੇ ਉਹ ਕਿਸ ਲੈਵਲ ਤੱਕ ਬੱਚਿਆਂ ਨੂੰ ਪੜਾਉਂਦੇ ਨੇ, ਜਾਂ 8ਵੀਂ 10ਵੀਂ ਕਿੰਨਵੇਂ ਤੱਕ ਪੜਾਉਂਦੇ ਨੇ? ਤੇ ਮਤਲਬ ਕਿ ਜਦੋਂ ਕੁਆਲੀਫਿਕੇਸ਼ਨ ਨੂੰ ਲੈ ਕੇ ਸਵਾਲ ਉੱਠਦੇ ਨੇ, ਜਿਹੜੇ ਤੁਸੀਂ ਕਹਿ ਰਹੇ ਹੋ ਕਿ ਵੱਖ-ਵੱਖ ਕੈਟਾਗਰੀਜ਼ ਨੇ, ਉਹ ਥੋੜਾ ਜਿਹਾ ਦੱਸਿਓ, ਮੈਂ ਪੜ੍ਹ ਰਿਹਾ ਸੀ ਕਿਤੇ। ਸਰ, ਜਿਹੜੀ ਵੈਸੇ ਤਾਂ ਜਿਹੜੇ ਕੱਚੇ ਅਧਿਆਪਕ ਨੇ ਉਹਨਾਂ ਵਿੱਚ ਕਾਫੀ ਕੈਟਾਗਰੀਜ਼ ਹੈਗੀਆਂ ਨੇ, ਪਰ ਜੇ 8736 ਦੀ ਮੈਂ ਗੱਲ ਕਰਾਂ ਤਾਂ ਉਹਦੇ ਵਿੱਚ 4 ਕੈਟਾਗਰੀਜ਼ ਨੇ, ਜਿਹਦੇ ਵਿੱਚ ਦਫ਼ਤਰੀ ਕਾਮੇ, ਨਾਨ ਟੀਚਿੰਗ ਸਟਾਫ, ਜਿਨ੍ਹਾਂ ਦੀ ਕਿ ਪ੍ਰੋਪਰ ਭਰਤੀ ਹੋਈ ਹੈ, ਸਾਰਾ ਕੁਝ ਪ੍ਰੋਪਰ ਚੱਲਿਆ, ਔਰ ਨਾਲ ਦੀ ਨਾਲ ਸਾਡੇ IERTs ਨੇ, IEVs ਨੇ, ਤੇ ਸਿੱਖਿਆ ਪ੍ਰੋਵਾਈਡਰ, 4 ਇਹਦੇ ਵਿੱਚ ਹੈਗੇ ਨੇ। ਤੇ ਇਹਨਾਂ ਦਾ ਜਿਹੜਾ 8736 ਜਿਹੜੀ ਇਹਨਾਂ ਨੇ ਫਿਗਰ ਕੀਤੀ ਹੈ, ਉਹਦੇ ਵਿੱਚ ਇਹ ਹੈ ਕਿ ਜਿਹੜੇ ਰੈਗੂਲਰ 10 ਸਾਲ ਤੋਂ ਬਿਨਾਂ ਕਿਸੇ ਬ੍ਰੇਕ ਤੋਂ 10 ਸਾਲ ਜਿਨ੍ਹਾਂ ਨੂੰ ਰੈਗੂਲਰ ਹੋ ਗਏ ਆ, ਉਹ ਇਹਦੇ ਵਿੱਚ ਕਾਊਂਟ ਕੀਤੇ ਗਏ ਸੀਗੇ। ਸੋ 5442 ਜਿਹੜੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਉਹਦੇ ਵਿੱਚ ਕਾਊਂਟ ਕੀਤੇ ਸੀ। ਬਾਕੀ ਜਿਹੜੀਆਂ ਉਹ ਕੈਟਾਗਰੀਜ਼ ਦੀਆਂ ਮੈਨੂੰ ਪ੍ਰੋਪਰ ਮਤਲਬ ਗਿਣਤੀ ਮੇਰੇ ਕੋਲੇ ਹੈ ਨਹੀਂ, ਮੈਂ ਪ੍ਰੋਵਾਈਡ ਕਰਵਾ ਦੂੰਗਾ ਤੁਹਾਨੂੰ। ਬਟ ਸਾਡੇ ਜਿਹੜੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਸੀਗੇ 5442 ਅਧਿਆਪਕ ਸੀ ਉਹਦੇ ਵਿੱਚ, ਜਿਹੜੀ 8736 ਜਿਹੜੀ ਭਰਤੀ ਇਹਨਾਂ ਨੇ ਲਿਆਂਦੀ ਬਕਾਇਦਾ ਪਾਲਿਸੀ ਬਣਾ ਕੇ। ਜੀ, ਅੱਛਾ, ਇਹ ਦੱਸਿਓ ਕਿ ਜਿਹੜੇ ਸਕੂਲਾਂ ਦੇ ਵਿੱਚ ਮੈਂ ਪੁੱਛ ਰਿਹਾ ਸੀਗਾ ਕਿ ਕਿੰਨਵੀਂ ਕਲਾਸ ਤੱਕ ਪੜਾਉਂਦੇ ਨੇ, ਜਾਂ ਉੱਥੋਂ ਦਾ ਸਿੱਖਿਆ ਦਾ ਮਿਆਰ ਕਿੱਦਾਂ ਦਾ, ਉੱਥੋਂ ਦਾ ਰਿਜ਼ਲਟ ਕਿੱਦਾਂ ਦਾ? ਕਿਉਂਕਿ ਸਰਕਾਰ ਬਹੁਤ ਦਾਅਵੇ ਕਰਦੀ ਹੈ ਨਾ ਕਿ ਅਸੀਂ ਸਕੂਲ ਆਫ ਐਮੀਨੈਂਸ ਖੋਲੇ, ਪਿਛਲਿਆਂ ਨੇ ਕਿਹਾ ਕਿ ਅਸੀਂ ਹੋਰ ਮੈਰੀਟੋਰੀਅਸ ਸਕੂਲ ਖੋਲੇ, ਜਾਂ ਅਸੀਂ ਸਰਕਾਰੀ ਸਿੱਖਿਆ ਨੂੰ ਜਿਹੜਾ ਇਸ ਪੱਧਰ ਤੱਕ ਪਹੁੰਚਾਵਾਂਗੇ ਕਿ ਸਾਡੇ ਕੋਲ ਟੀਚਰ ਬਹੁਤ ਵਧੀਆ ਨੇ, ਬੱਚਿਆਂ ਨੂੰ ਪ੍ਰਭਾਵਿਤ ਕੀਤਾ ਜਾਂਦਾ। ਹੁਣ ਵੀ ਬੋਰਡ ਲੱਗੇ, ਫਲੈਕਸਾਂ ਲੱਗੀਆਂ, ਸਰਕਾਰ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕਰ ਰਹੀ ਹੈ। ਤੁਸੀਂ ਤੇ ਵਿੱਚ ਰਹਿੰਦੇ ਹੋ ਸਕੂਲਾਂ ਦੇ, ਕਿਸ ਤਰ੍ਹਾਂ ਦਾ ਮਿਆਰ ਹੈ? ਜਿੱਥੇ ਤੁਸੀਂ ਪੜ੍ਹਾਉਂਦੇ ਹੋ ਘੱਟੋ ਘੱਟ ਉੱਥੋਂ ਦਾ ਤਾਂ ਪਤਾ ਲੱਗੇ। ਦੇਖੋ ਜੀ, ਜਿਹੜੇ ਜ਼ਿਆਦੇ ਜਿਹੜੇ ਸਾਡੇ ਅਧਿਆਪਕ ਨੇ ਉਹ ਪ੍ਰਾਇਮਰੀ ਕੇਡਰ ਦੇ ਵਿੱਚ ਨੇ, ਪ੍ਰਾਇਮਰੀ ਸਕੂਲਾਂ ਦੇ ਵਿੱਚ ਨੇ, ਪਰ ਕੁਝ ਕੁ ਟੀਚਰ ਸਾਡੇ ਵਿੱਚੋਂ ਹੈਗੇ ਨੇ ਜਿਹੜੇ ਮਿਡਲ ਸਕੂਲਾਂ ਦੇ ਵਿੱਚ ਵੀ ਨੇ ਔਰ ਹਾਈ ਸਕੂਲਾਂ ਦੇ ਵਿੱਚ ਵੀ ਡਿਊਟੀ ਨਿਭਾ ਰਹੇ ਆ ਆਪਦੀ। ਗੱਲ ਕਰਾਂ ਮੈਂ, ਸਰਕਾਰ ਆ ਜਿਹੜੀ ਉਹ ਜੋ ਦਾਅਵੇ ਕਰਦੀ ਹੈ, ਚਲੋ ਪਿਛਲੀਆਂ ਸਰਕਾਰਾਂ ਨੇ ਬਹੁਤ ਵਾਰ ਦਾਅਵੇ ਕੀਤੇ ਕਿ ਸਾਡੇ ਸਕੂਲ ਨੇ, ਚਲੋ ਆਪਸ ਵਿੱਚ ਇਹਨਾਂ ਦਾ ਦੂਜੇ ਜਿਹੜੇ ਆ ਉਹ ਖਾ ਵੀ ਦਿੰਦੇ ਆ ਜਾ ਕੇ ਸਕੂਲਾਂ ਦੇ ਵਿੱਚ ਪੱਧਰ ਕੀ ਆ। ਜੇ ਮੈਂ ਪੜ੍ਹਾਈ ਦੀ ਗੱਲ ਕਰਾਂ ਤਾਂ ਪੜ੍ਹਾਈ ਵਿੱਚ ਸਾਡੇ ਵੱਲੋਂ
ਜਾਂ ਸਾਡੇ ਸਾਥੀਆਂ ਵੱਲੋਂ, ਅਧਿਆਪਕਾਂ ਵੱਲੋਂ ਕਦੇ ਕਮੀ ਛੱਡਣ ਦੀ ਕੋਈ ਮਤਲਬ ਕੀਤੀ ਨਹੀਂ ਗਈ ਕਿ ਅਸੀਂ ਕਮੀ ਕੋਈ ਨਹੀਂ ਛੱਡਦੇ ਪੜ੍ਹਾਈ ਦੇ ਵਿੱਚ। ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ। ਜੇ ਮੈਂ ਆਪਣੀ ਗੱਲ ਦੱਸਾਂ ਤਾਂ ਜੋ ਲੋਕਡਾਊਨ ਰਿਹਾ, ਅਸੀਂ ਲੋਕਡਾਊਨ ਦੇ ਵਿੱਚ ਬਕਾਇਦਾ ਮੇਰੀਆਂ ਵੀਡੀਓਜ਼ ਅੱਜ ਵੀ ਅਵੇਲੇਬਲ ਹੈਗੀਆਂ ਨੇ YouTube ਦੇ ਉੱਤੇ। ਅਸੀਂ ਬੱਚਿਆਂ ਨੂੰ ਜਿਹੜੇ ਘਰਾਂ ਦੇ ਵਿੱਚ ਪੜ੍ਹਾਉਣ ਦੀ ਵੀ ਅਸੀਂ ਪੂਰੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ। ਅੱਜ ਵੀ ਮੈਂ ਇੱਕ ਸਾਡੇ ਬਲੌਗ ਦੇ ਵਿੱਚ ਲਿੰਕ ਪਿਆ ਸੀ, ਮੈਨੂੰ ਪਤਾ ਵੀ ਨਹੀਂ ਹੈ ਕਿ ਜਿਹੜੇ ਚੈਨਲ ਚੱਲ ਰਹੇ ਆ, ਕਿਉਂਕਿ ਸਾਡਾ ਧਿਆਨ ਤਾਂ ਇੱਧਰ ਡਾਈਵਰਟ ਕੀਤਾ ਪਿਆ ਸਰਕਾਰ ਨੇ। ਜਿਹੜੇ ਚੈਨਲ ਚੱਲ ਰਹੇ ਆ ਉਹਨਾਂ ਦੇ ਉੱਤੇ ਬਕਾਇਦਾ ਮੇਰੀ ਅੱਜ ਵੀ ਵੀਡੀਓ ਪਲੇ ਹੋਈ ਆ, ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਖੇਡ ਵਿਧੀ ਰਾਹੀਂ ਮਤਲਬ ਪੜ੍ਹਾਉਣਾ ਸਿਖਾ ਰਹੇ ਹਾਂ। ਸੋ ਸਾਡੇ ਵੱਲੋਂ ਪੜ੍ਹਾਈ ਵਿੱਚ ਕਦੀ ਕਮੀ ਨਹੀਂ ਛੱਡੀ ਗਈ। ਜੇ ਸਰਕਾਰਾਂ ਵੱਲੋਂ ਰਹੀ ਆ ਕਿਤੇ ਨਾ ਕਿਤੇ ਜਿਹੜਾ ਇਨਫਰਾਸਟ੍ਰਕਚਰ ਚਾਹੀਦਾ ਸਕੂਲਾਂ ਨੂੰ, ਉਹਨਾਂ ਦੇ ਵਿੱਚ ਕਮੀਆਂ ਜ਼ਰੂਰ ਰਹੀਆਂ। ਅਸੀਂ ਜੋ ਵੀ ਸਾਨੂੰ ਤੋਂ ਡਿਮਾਂਡ ਪੁੱਛੀ ਜਾਂਦੀਆਂ ਅਸੀਂ ਉਹਨਾਂ ਨੂੰ ਜ਼ਰੂਰ ਪ੍ਰੋਵਾਈਡ ਕਰਾਉਂਦੇ ਹਾਂ ਕਿ ਸਾਡੀ ਆਹ ਚੀਜ਼ ਦੀ ਸਾਡੀ ਡਿਮਾਂਡ ਹੈ, ਸਕੂਲ ਵਿੱਚ ਆਹ ਚੀਜ਼ ਦੀ ਕਮੀ ਹੈ। ਕਈ ਵਾਰੀ ਸਾਨੂੰ ਉਹ ਚੀਜ਼ਾਂ ਮਿਲਦੀਆਂ, ਕਈ ਵਾਰੀ ਸਾਨੂੰ ਉਹ ਫਿਰ ਪੈਂਡਿੰਗ ਰਹਿ ਜਾਂਦੀਆਂ। ਸੋ ਜੇ ਮੈਂ ਪੜ੍ਹਾਈ ਦੀ ਜਾਂ ਸਾਡੇ ਸਾਥੀਆਂ ਵੱਲੋਂ ਕਰਾਂ ਤਾਂ ਸਾਡੀ ਪੁਰਜ਼ੋਰ ਕੋਸ਼ਿਸ਼ ਅੱਜ ਤੱਕ ਰਹੀ ਹੈ ਕਿ ਜਿਹੜਾ ਬੱਚਾ ਸਾਡੇ ਕੋਲੇ ਆ ਗਿਆ ਉਹਨੂੰ ਅਸੀਂ ਕੁਛ ਨਾ ਕੁਛ ਦੇ ਕੇ ਭੇਜੀਏ, ਜਿਹੜਾ ਬੱਚਾ ਸਾਡੇ ਕੋਲ ਚੱਲ ਕੇ ਆਇਆ। ਕਿਉਂਕਿ ਸਾਡੇ ਕੋਲੇ ਬੱਚੇ ਵੀ ਉਹੀ ਆਉਂਦੇ ਆ ਜਿਨ੍ਹਾਂ ਦੇ ਮਾਤਾ ਪਿਤਾ ਵਿਚਾਰੇ ਛੱਡ ਕੇ ਔਰ ਆਪਣੇ ਕੰਮ ਤੇ ਚਲੇ ਜਾਂਦੇ, ਜਿਨ੍ਹਾਂ ਨੂੰ ਰਾਤ ਦੀ ਰੋਟੀ ਦਾ ਫਿਕਰ ਹੁੰਦਾ ਹੈ। ਉਹਨਾਂ ਕੋਲੇ ਧਿਆਨ ਨਹੀਂ ਹੁੰਦਾ ਕਿ ਬੱਚੇ ਦਾ ਅਸੀਂ ਕੀ ਧਿਆਨ ਰੱਖਾਂਗੇ ਜਾਂ ਬੱਚੇ ਨੂੰ ਅਸੀਂ ਕੀ ਪੜ੍ਹਾਉਣਾ ਹੈ ਜਾਂ ਕਿਵੇਂ। ਉਹ ਸਾਡੇ ਤੇ ਹੀ ਡਿਪੈਂਡ ਕਰਦਾ ਹੁੰਦਾ ਜ਼ਿਆਦਾਤਰ। ਸੋ ਸਾਡੇ ਵੱਲੋਂ ਪੁਰਜ਼ੋਰ ਕੋਸ਼ਿਸ਼ ਹਮੇਸ਼ਾ ਹੀ ਰਹੀ ਹੈ ਕਿ ਜਿਹੜਾ ਬੱਚਾ ਸਾਡੇ ਕੋਲ ਆ ਗਿਆ ਉਹ ਸਾਡੇ ਬੱਚੇ ਵਰਗਾ ਹੀ ਹੈ, ਉਹਦਾ ਅਸੀਂ ਵੱਧ ਤੋਂ ਵੱਧ ਜੋ ਫਾਇਦਾ ਕਰ ਸਕਦੇ, ਜਿੰਨਾ ਪੜ੍ਹਾ ਸਕਦੇ ਉਹਨੂੰ ਪੜ੍ਹਾ ਕੇ ਭੇਜੀ। ਜਿਸ ਤਰੀਕੇ ਨਾਲ ਸਰਕਾਰ ਨੇ ਪਿੱਛੇ ਜੇ ਪ੍ਰਿੰਸੀਪਲ ਭੇਜੇ ਸੀਗੇ ਸਿੰਗਾਪੁਰ, ਜਾਂ ਅੱਗੋਂ ਵੀ ਤਿਆਰੀ ਹੈ ਕਿ IITs ਦੇ ਵਿੱਚ ਭੇਜਣਾ ਆ, ਕੀ ਉਹਨਾਂ ਦੇ ਆਉਣ ਦੇ ਨਾਲ ਕੋਈ ਫਰਕ ਪਿਆ ਸਿੱਖਿਆ ਖੇਤਰ ਦੇ ਵਿੱਚ, ਜੇ ਤੁਹਾਡੀ ਜਾਣਕਾਰੀ ਦੇ ਵਿੱਚ ਕੋਈ ਹੋਵੇ? ਦੇਖੋ ਸਰਕਾਰ ਭੇਜ ਰਹੀ ਹੈ, ਵਧੀਆ ਇਹਨਾਂ ਦਾ ਹੈਗਾ ਕਿ ਚਲੋ ਜਿਹੜੀ ਕੋਈ ਬਾਹਰਲੀਆਂ ਚੀਜ਼ਾਂ ਹੈ, ਬਾਹਰੋਂ ਸਾਨੂੰ ਨਵੀਆਂ ਚੀਜ਼ਾਂ ਮਿਲਣ। ਪਰ ਮੈਂ ਤਾਂ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜੋ ਚੀਜ਼ ਤੁਹਾਡੇ ਕੋਲ ਆ ਪਹਿਲਾਂ ਉਹਨੂੰ ਸੰਭਾਲੋ। ਜਿਹੜੇ ਟੀਚਰ ਟੈਨਸ਼ਨ ਫਰੀ ਨਹੀਂ ਬੈਠ ਸਕਦੇ ਕਲਾਸ ਦੇ ਵਿੱਚ, ਜਿਹਦਾ ਧਿਆਨ ਇੱਧਰ ਉੱਧਰ ਡਾਈਵਰਟ ਕੀਤਾ ਉਹ ਬੱਚੇ ਨੂੰ ਕੀ ਪੜ੍ਹਾਊਗਾ? ਉਸ ਤੋਂ ਚੰਗਾ ਪਹਿਲਾਂ ਇਹਨਾਂ ਟੀਚਰਾਂ ਨੂੰ ਸੰਭਾਲੋ ਜਿਨ੍ਹਾਂ ਨਾਲ ਤੁਸੀਂ ਵਾਅਦਾ ਕੀਤਾ ਹੈ, ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਆ ਕਿ ਤੁਹਾਨੂੰ ਅਸੀਂ ਦਿਮਾਗ ਦੇ ਉੱਤੇ ਸਟ੍ਰੈਸ ਨਹੀਂ ਆਉਣ ਦੇਵਾਂਗੇ। ਭਗਵੰਤ ਮਾਨ ਜੀ ਥਾਂ ਥਾਂ ਦਾਅਵੇ ਕਰਦੇ ਆ ਕਿ ਜੋ ਲਾਠੀ ਚਾਰਜ ਹੁੰਦੇ ਸੀ ਪਹਿਲਾਂ ਹੁੰਦੇ ਸੀ, ਹੁਣ ਅਸੀਂ ਇਹ ਚੀਜ਼ਾਂ ਨਹੀਂ ਹੋਣ ਦੇਵਾਂਗੇ। ਪਰ ਸਾਡਾ ਧਰਨਾ ਤਾਂ ਹੁਣ ਵੀ ਜਾਰੀ ਹੈ। ਸਾਡਾ ਇੱਕ ਸਾਥੀ ਇੰਦਰਜੀਤ ਸਿੰਘ ਅੱਜ ਵੀ ਬੈਠਾ ਹੈ ਟੈਂਕੀ ਦੇ ਉੱਤੇ ਚੜ੍ਹ ਕੇ ਕਿ ਸਾਡਾ ਹੱਲ ਕਰੋ, ਅਸੀਂ ਆਪਣੇ ਸਕੂਲਾਂ ਵਿੱਚ ਜਾਈਏ। ਤਾਂ ਅਸੀਂ ਕੀ ਉਮੀਦ ਕਰਦੇ ਹਾਂ ਕਿ ਜੇ ਅਸੀਂ ਕੁਝ ਟੀਚਰਸ ਨੂੰ ਬਾਹਰ ਭੇਜ ਕੇ ਜਾਂ ਉੱਥੋਂ ਕੋਈ ਨਵੀਂ ਚੀਜ਼ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਜਿਹੜੀ ਸਾਡੇ ਕੋਲੇ ਇੱਥੇ ਆ ਉਹਨੂੰ ਅਸੀਂ ਸੰਭਾਲ ਨਹੀਂ ਰਹੇ, ਤਾਂ ਇਹ ਮੈਨੂੰ ਲੱਗਦਾ ਕਿ ਇੱਕ ਤਰ੍ਹਾਂ ਦਾ ਦਿਖਾਵਾ ਹੀ ਹੈ। ਇਹਦੇ ਵਿੱਚੋਂ ਕੋਈ ਜ਼ਿਆਦਾ ਵੱਡੀ ਗੱਲ ਨਿਕਲਣ ਵਾਲੀ ਹੈ ਨਹੀਂ। ਤੇ ਜਿਵੇਂ ਸਰਕਾਰ ਇਹ ਦਾਅਵੇ ਕਰਦੀ, ਮੈਂ ਅੱਜ ਵੀ ਪੜ੍ਹ ਰਿਹਾ ਸੀਗਾ ਇਸ਼ਤਿਹਾਰ, ਬਹੁਤ ਵੱਡਾ ਲੱਗਿਆ ਕਿ ਸਮਰ ਕੈਂਪ ਸ਼ੁਰੂ ਕੀਤਾ ਜਾ ਰਿਹਾ ਜੁਲਾਈ ਦੇ ਮਹੀਨੇ ਦੇ ਵਿੱਚ। ਮੇਰੇ ਖਿਆਲ 'ਚ 15 ਕੁ ਦਿਨਾਂ ਦਾ ਸ਼ਾਇਦ, ਉਹਦੇ ਵਿੱਚ ਮਾਪਿਆਂ ਨੂੰ ਵੀ ਅਖੀਰ 'ਚ ਸ਼ਾਮਲ ਕੀਤਾ ਜਾਏਗਾ, ਬੱਚਿਆਂ ਨੂੰ ਐਕਟੀਵਿਟੀਜ਼ ਸਿਖਾਈਆਂ ਜਾਣਗੀਆਂ। ਇਸ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਕੀ ਮਤਲਬ ਕਿ ਇਹਦੇ ਨਾਲ ਵਾਕਈ ਸਿੱਖਿਆ ਦਾ ਮਿਆਰ ਉੱਤੇ ਜਾ ਰਿਹਾ, ਜਿਵੇਂ ਸਕੂਲ ਆਫ ਐਮੀਨੈਂਸ ਦੀ ਗੱਲ ਸੀਗੀ, ਜਾਂ ਇਹੋ ਜਿਹਾ ਕੁਝ ਜਦੋਂ ਹੁੰਦਾ ਆ ਉਹਦੇ ਵਿੱਚ ਤੁਹਾਡਾ ਮਤਲਬ ਕਿ ਜਦੋਂ ਤੁਹਾਡੇ ਟੀਚਰਸ ਨੇ ਜਿਹੜੇ ਕੱਚੇ ਅਧਿਆਪਕ ਨੇ ਉਹਨਾਂ ਦਾ ਯੋਗਦਾਨ ਕਿਸ ਤਰ੍ਹਾਂ ਦਾ ਹੁੰਦਾ, ਜਾਂ ਸਰਕਾਰ ਉਹਨਾਂ ਤੋਂ ਕਿਵੇਂ ਕੰਮ ਲੈਂਦੀ ਹੈ? ਕਿਉਂਕਿ ਆਪਾਂ ਪਿਛਲੀਆਂ ਸਰਕਾਰਾਂ ਦੇ ਵਿੱਚ, ਥੋੜਾ ਉਹ ਵੀ ਦੱਸਿਓ, ਮੇਰੇ ਧਿਆਨ 'ਚ ਉਹ ਵੀ ਸਵਾਲ ਆਇਆ ਕਿ ਪਿਛਲੀਆਂ ਸਰਕਾਰਾਂ ਦੇ ਸਵਾਲ ਉੱਠਦੇ ਰਹੇ ਕਿ ਟੀਚਰਾਂ ਤੋਂ ਹੋਰ ਵੀ ਕੰਮ ਲਏ ਜਾਂਦੇ ਨੇ। ਇਹਨਾਂ ਨੇ ਦਾਅਵਾ ਕੀਤਾ ਸੀ ਕਿ ਅਸੀਂ ਸਿਵਾਏ ਪੜ੍ਹਾਉਣ ਤੋਂ ਬੱਚਿਆਂ ਨੂੰ ਹੋਰ ਕੋਈ ਕੰਮ ਨਹੀਂ ਇਹਨਾਂ ਤੋਂ ਲੈਣਾ, ਇਹਨਾਂ ਨੂੰ ਸਿਰਫ ਸਕੂਲਾਂ ਤੱਕ ਸੀਮਤ ਰੱਖਣਾ ਕਿ ਉਹਦਾ ਮਿਆਰ ਉੱਚਾ ਚੁੱਕਣ। ਦੇਖੋ ਜੀ, ਸਕੂਲਾਂ ਦਾ ਮਿਆਰ, ਮੈਂ ਪਹਿਲਾਂ ਵੀ ਤੁਹਾਡੀ ਇਸ ਗੱਲ ਨੂੰ ਕੀਤਾ ਕਿ ਸਕੂਲਾਂ ਦਾ ਮਿਆਰ ਉੱਚਾ ਹੋਵੇਗਾ ਪੜ੍ਹਾਈ ਨਾਲ। ਬੱਚੇ ਪੜ੍ਹਨਗੇ ਤਾਂ, ਪਰ ਬੱਚੇ ਕਦੋਂ ਪੜ੍ਹਨਗੇ? ਜਦੋਂ ਜਿਹੜਾ ਟੀਚਰ ਕਲਾਸ 'ਚ ਬੈਠਾ ਹੈ ਉਹਦਾ ਧਿਆਨ ਕਿਤੇ ਹੋਰ ਨਹੀਂ ਹੋਵੇਗਾ। ਪਰ ਮੈਂ ਦੱਸਣਾ ਚਾਹੁੰਦਾ ਕਿ ਜੋ ਇਹ ਚੀਜ਼ਾਂ ਗੱਲਾਂ ਬਾਤਾਂ ਹੈ, ਅਸੀਂ ਜਿਹੜੀਆਂ ਡਿਊਟੀਆਂ ਨਿਭਾਉਂਦੇ ਹਾਂ, ਮੈਂ BLO ਡਿਊਟੀ ਪੱਕੇ ਤੌਰ ਤੇ ਨਿਭਾ ਰਿਹਾ ਹਾਂ ਵੋਟਾਂ ਦੇ ਵਿੱਚ। ਜੋ ਵੀ ਬਾਰ-ਬਾਰ ਸਾਨੂੰ, ਕਿਉਂਕਿ ਸਾਨੂੰ ਚਿੱਠੀਆਂ ਆ ਜਾਂਦੀਆਂ ਕਿ ਵੋਟਾਂ ਦਾ ਆਹ ਕੰਮ ਹੈ, ਤੁਸੀਂ ਆਹ ਕਰੋ, ਤਾਂ ਸਾਨੂੰ ਆਪਦੀ ਕਲਾਸ ਨੂੰ ਵੀ ਛੱਡ ਕੇ ਕਿਤੇ ਨਾ ਕਿਤੇ ਜਾਣਾ ਪੈਂਦਾ ਹੈ। ਫਿਰ ਮੈਂ ਜੇ ਵੱਡੀ ਗੱਲ ਇੱਕ ਕਰਾਂ ਕਿ ਜਦੋਂ ਮੈਂ ਸਕੂਲ ਜਾਣਾ ਤਾਂ ਮੇਰਾ ਧਿਆਨ ਹੁੰਦਾ ਸਵੇਰੇ ਕਿ ਮਿਡ ਡੇ ਮੀਲ ਵਿੱਚ ਬਣਨਾ ਕੀ ਹੈ ਤੇ ਮੈਂ ਕੀ ਲੈ ਕੇ ਜਾਵਾਂ। ਤਾਂ ਪਹਿਲੀ ਸਾਡਾ ਧਿਆਨ ਪਹਿਲਾਂ ਡਾਈਵਰਟ, ਚਾਹੇ ਘਰ ਦਾ ਸਮਾਨ ਮੈਂ ਭੁੱਲ ਜਾ, ਪਰ ਸਕੂਲ ਦਾ ਜੋ ਸਮਾਨ ਹੈ, ਮਿਡ ਡੇ ਮੀਲ ਕਿੱਦਾਂ ਬਣਨਾ, ਮਿਡ ਡੇ ਮੀਲ ਦੇ ਵਿੱਚ ਆਹ ਚੀਜ਼ ਸਾਨੂੰ ਚਾਹੀਦੀ ਆ, ਆਹ ਚੀਜ਼ ਚਾਹੀਦੀ। ਪਹਿਲੀ ਗੱਲ ਤਾਂ ਸਾਨੂੰ ਧਿਆਨ ਉਹ ਰੱਖਣਾ ਪੈਂਦਾ ਕਿ ਮਿਡ ਡੇ ਮੀਲ ਅਸੀਂ ਬਣਵਾ ਕੇ ਬੱਚਿਆਂ ਨੂੰ ਖਵਾਉਣਾ। ਚਲੋ ਉਹ ਇੱਕ ਬੱਚਿਆਂ ਵਾਸਤੇ ਮੈਂ ਵਧੀਆ ਵੀ ਸਮਝਦਾ, ਕਿਉਂਕਿ ਬੱਚੇ ਵਿਚਾਰੇ ਉਹੋ ਜਿਹੇ ਘਰਾਂ ਤੋਂ ਹੈ ਜਿਨ੍ਹਾਂ ਕੋਲੇ ਕਈ ਵਾਰੀ ਸਵੇਰੇ ਰੋਟੀ ਖਵਾਉਣ ਦਾ ਵੀ ਟਾਈਮ ਨਹੀਂ ਮਾਂ ਪਿਓ ਕੋਲੇ ਹੁੰਦਾ, ਉਹਨਾਂ ਨੇ ਦਿਹਾੜੀ ਜਾਣਾ ਹੁੰਦਾ, ਤਾਂ ਬੱਚਾ ਆਉਂਦਾ ਤੇ ਘੱਟੋ ਘੱਟ ਉਹਨੂੰ ਰੋਟੀ ਬਣਾ ਕੇ ਦਿੰਦੇ ਆ। ਪਰ ਕਿਤੇ ਨਾ ਕਿਤੇ ਇਸ ਚੀਜ਼ ਨਾਲ ਜਿਹੜਾ ਦਿਮਾਗ ਹੈ ਟੀਚਰ ਦਾ ਉਸ ਪਾਸੇ ਨੂੰ ਵੀ ਚਲਾ ਜਾਂਦਾ ਹੈ। ਪਰ ਜੇ ਡਿਊਟੀਆਂ ਦੀ ਗੱਲ ਕਰਾਂ ਤਾਂ ਵੋਟਾਂ ਦੀਆਂ ਡਿਊਟੀਆਂ ਅਸੀਂ ਨਿਭਾਉਂਦੇ ਹਾਂ। ਜਦੋਂ ਇਲੈਕਸ਼ਨ ਹੁੰਦਾ ਤਾਂ ਉਹ ਬਕਾਇਦਾ ਸਾਡੀਆਂ ਡਿਊਟੀਆਂ ਉਹਦੇ ਵਿੱਚ ਲਾਈਆਂ ਜਾਂਦੀਆਂ। ਪੱਕੇ ਤੌਰ ਤੇ BLOs ਡਿਊਟੀਆਂ ਸਾਡੀਆਂ ਲੱਗੀਆਂ ਹੋਈਆਂ, ਜਿਨ੍ਹਾਂ ਦੇ ਕਿ ਵੱਖ-ਵੱਖ ਟਾਈਮ ਤੇ
ਲੈਟਰਾਂ ਨਿਕਲਦੀਆਂ ਰਹਿੰਦੀਆਂ ਤੇ ਸਾਨੂੰ ਕੰਮ ਕਰਨੇ ਪੈਂਦੇ ਆ। ਸੋ ਕੰਮ ਸਾਡੇ ਤੋਂ ਸਾਰੇ ਹੀ ਲਏ ਜਾ ਰਹੇ ਆ। ਅਸੀਂ ਕਿਸੇ ਵੀ ਕੰਮ 'ਚ ਪਿੱਛੇ ਨਹੀਂ, ਨਾ ਅਸੀਂ ਕਦੀ ਸਰਕਾਰ ਨੂੰ ਜਵਾਬ ਦਿੱਤਾ, ਨਾ ਅਸੀਂ ਕਦੀ ਪਿੱਛੇ ਹਟੇ ਆ। ਪਰ ਸਾਡਾ ਬਣਦਾ ਹੱਕ ਕੰਮਾਂ ਦੇ ਨਾਲ ਜੋ ਸਾਰਿਆਂ ਨੂੰ ਦਿੱਤਾ ਜਾਂਦਾ, ਸਾਡਾ ਘੱਟੋ ਘੱਟ ਸਾਨੂੰ ਹੱਕ ਤਾਂ ਦਿੱਤਾ ਜਾਵੇ। ਸੋ ਸਾਨੂੰ ਕੰਮ ਤੋਂ ਕੋਈ, ਅੱਜ ਵੀ ਮੈਂ ਕਹਿ ਰਿਹਾ, ਜੋ ਕੰਮ ਟੀਚਰਸ ਕਰ ਰਹੇ ਆ, ਅਸੀਂ ਅੱਜ ਵੀ ਉਹਨਾਂ ਚੀਜ਼ਾਂ ਤੋਂ ਕਦੇ ਪਿੱਛੇ ਨਹੀਂ ਹਟਦੇ, ਕੰਮ ਕਰਾਂਗੇ, ਪੂਰੀ ਮਿਹਨਤ ਕਰ ਰਹੇ ਆ, ਅੱਗੇ ਵੀ ਕਰਾਂਗੇ। ਪਰ ਸਾਡਾ ਜਿਹੜਾ ਬਣਦਾ ਹੱਕ ਹੈ, ਘੱਟੋ ਘੱਟ ਉਹ ਸਰਕਾਰ ਸਾਨੂੰ ਦੇਵੇ। ਜਿਹੜਾ ਸਾਡਾ ਸਾਥੀ ਉੱਥੇ ਬੈਠਾ ਹੈ, ਉਹ ਵੀ ਆਪਣੀ ਪਰਿਵਾਰ ਵਿੱਚ ਜਾਵੇ, ਆਪਣੇ ਸਕੂਲ ਵਿੱਚ ਟੈਨਸ਼ਨ ਫ੍ਰੀ ਜਾ ਕੇ ਪੜ੍ਹਾਵੇ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣ ਦੀ ਸਰਕਾਰ ਨੂੰ ਜ਼ਿਆਦਾ ਲੋੜ ਹੈ। ਕੀ ਮੌਜੂਦਾ ਸਰਕਾਰ ਹੁਣ ਵੀ ਤੁਹਾਡੇ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਕੰਮ ਲੈ ਰਹੀ ਹੈ? ਜਿਵੇਂ ਤੁਸੀਂ ਕਿਹਾ ਕਿ ਵੋਟਾਂ ਦਾ, ਇਹ ਤਾਂ ਕਹਿੰਦੇ ਸੀ ਕਿ ਅਸੀਂ ਇਹੋ ਜਿਹਾ ਕੰਮ ਕੋਈ ਲੈਣਾ ਨਹੀਂ ਟੀਚਰਾਂ ਤੋਂ। ਬਿਲਕੁਲ ਜੀ, ਪ੍ਰੋਪਰ ਸਾਡੀਆਂ ਡਿਊਟੀਆਂ ਜਿਵੇਂ ਪਹਿਲਾਂ ਲੱਗੀਆਂ ਸੀ, ਅੱਜ ਵੀ ਉਦਾਂ ਹੀ ਲੱਗੀਆਂ ਹੋਈਆਂ। ਇਹਨਾਂ ਨੇ ਕੋਈ ਆ ਕੇ ਚੇਂਜ ਨਹੀਂ ਕਰਵਾਇਆ। ਸਾਰੇ ਵੋਟਾਂ ਦੇ ਕੰਮ ਜੋ ਵੀ ਹੈਗੇ ਅਸੀਂ ਉਹ ਕਰ ਰਹੇ ਹਾਂ ਅੱਜ ਵੀ। ਬਿਲਕੁਲ। ਅੱਛਾ, ਇੱਕ ਮੈਂ ਕਿਤੇ ਪੜ੍ਹ ਰਿਹਾ ਸੀਗਾ ਕਿ ਇਹਨਾਂ ਟੀਚਰਸ ਦਾ ਜੇ ਕਿਤੇ ਟੈਟ ਦਾ ਪੇਪਰ ਲੈ ਲਿਆ ਜਾਵੇ, ਕਿਉਂਕਿ ਇੱਕ ਪ੍ਰਕਿਰਿਆ ਹੁੰਦੀ ਕਿ ਪੱਕੇ ਕਰਨ ਦੀ, ਉਹਦੇ ਵਿੱਚ ਜੇ ਢਾਲ ਲਿਆ ਜਾਵੇ ਫਿਰ ਕਹਿੰਦੇ ਮੈਰਿਟ ਬਣੇਗੀ ਤੇ ਉਸ ਮੈਰਿਟ ਦੇ ਵਿੱਚੋਂ ਵੀ ਸ਼ਾਇਦ ਹੀ ਕੋਈ ਲੰਘੇ ਪਾਰ। ਕੀ ਇਹੋ ਜਿਹਾ ਕੁਝ ਵੀ ਹੈਗਾ ਕਿ ਮਤਲਬ ਕਿ ਜੇ ਸਰਕਾਰ ਕਹੇ ਕਿ ਅਸੀਂ ਤੁਹਾਡਾ ਇਹ ਵਾਲਾ ਟੈਸਟ ਲੈ ਕੇ ਤੁਹਾਨੂੰ ਪੱਕਿਆਂ ਕਰ ਸਕਦੇ ਹਾਂ, ਕਿ ਟੀਚਰ ਅੱਜ ਦੇ ਹਾਲਾਤਾਂ ਦੇ ਮੁਤਾਬਕ ਉਹਦੇ ਕਾਬਿਲ ਹੈਗੇ ਨੇ ਕਿ ਉਹ ਟੈਟ ਪਾਸ ਜਾਂ ਜੋ ਸਰਕਾਰ ਸ਼ਰਤ ਰੱਖੇਗੀ ਉਹਦੇ ਮੁਤਾਬਕ ਜੇ ਪੱਕਾ ਕਰਨਾ ਹੋਵੇ, ਉਸ ਮੈਰਿਟ ਦੇ ਵਿੱਚ ਲਿਆਣਾ ਹੋਵੇ, ਇਹੋ ਜਿਹਾ ਕੁਝ ਹੈ? ਦੇਖੋ, ਸਰਕਾਰ ਵੱਲੋਂ ਜਦੋਂ ਆਪਣੀ ਗੱਲ ਤੋਂ ਭੱਜਣਾ ਹੋਵੇ ਨਾ, ਬਹੁਤ ਕੁਝ ਲਿਆਂਦਾ ਜਾਂਦਾ। ਆ ਹੋ ਸਕਦਾ, ਉਹ ਹੋ ਸਕਦਾ, ਪਰ ਇਹ ਚੀਜ਼ਾਂ ਅਸੀਂ ਟੈਸਟ ਤੋਂ ਨਹੀਂ ਭੱਜਦੇ। ਅਸੀਂ ਅੱਗੇ ਵੀ ਜਵਾਬ ਨਹੀਂ ਦਿੱਤਾ, ਅਸੀਂ ਅੱਗੇ ਵੀ ਇਸ ਗੱਲ 'ਚ ਰਹੇ ਹਾਂ ਕਿ ਸਾਡਾ ਟੈਸਟ ਲਓ, ਕੋਈ ਗੱਲ ਨਹੀਂ, ਸਾਨੂੰ ਰੈਗੂਲਰ ਦਾ ਪ੍ਰੋਸੈਸ ਹੈ ਜੋ, ਉਹਨੂੰ ਕਰੋ ਕੰਪਲੀਟ। ਪਰ ਇਹ ਹੈ, ਇਹ ਚੀਜ਼ਾਂ ਨੂੰ ਸਿਰਫ ਇੱਕ ਸਟੰਟ ਬਣਾ ਦਿੱਤੇ ਜਾਂਦੇ ਆ। ਆ ਹੋਊਗਾ ਤਾਂ ਜੇ ਹੁਣ ਸਾਡਾ ਟੀਚਰ PhD ਕਰ ਸਕਦਾ ਹੈ, ਕਿ ਉਹ ਟੈਸਟ ਦੇ ਨਹੀਂ ਸਕਦਾ? ਪਰ ਜੋ ਹਾਲਾਤ ਜਦੋਂ ਦੇ ਸੀਗੇ, ਉਹ ਸਰਕਾਰ ਨੇ ਜਿਹੜੇ ਤਰੀਕੇ ਨਾਲ ਸਾਨੂੰ ਰੱਖਿਆ, ਅਸੀਂ ਉਸ ਤਰੀਕੇ ਲੱਗੇ ਆ। ਸਰਕਾਰ, ਜੇ ਆਪਾਂ ਗੱਲ ਕਰੀਏ ਕਿ ਹੁਣ ਸਰਕਾਰੀ ਸਕੂਲ ਦੇ ਵਿੱਚ ਕੋਈ ਆਪਣੀ ਮਰਜ਼ੀ ਨਾਲ ਜਾ ਕੇ ਲੱਗ ਸਕਦਾ ਕਿ ਅਸੀਂ ਜਾ ਕੇ ਬੈਠ ਗਏ ਚੇਅਰ ਤੇ ਕਿ ਅਸੀਂ ਲੱਗ ਗਏ ਆ? ਪਰ ਜੋ ਹਾਲਾਤ ਜਦੋਂ ਸਰਕਾਰ ਨੂੰ ਜਿਵੇਂ ਲੋੜ ਸੀ ਉਹਨਾਂ ਨੇ ਲਾਇਆ, ਬਕਾਇਦਾ ਜੇ ਅਸੀਂ ਪੜ੍ਹ ਲਿਖ ਕੇ ਆਪਦੀ ਕੁਆਲੀਫਿਕੇਸ਼ਨ ਪੂਰੀ ਕਰ ਸਕਦੇ ਆ ਤੇ ਅਸੀਂ ਟੈਸਟ ਤੋਂ ਕਦੇ ਭੱਜਦੇ ਨਹੀਂ। ਸਾਡੇ ਤੋਂ ਟੈਸਟ ਲੈਣ, ਸਾਨੂੰ ਰੈਗੂਲਰ ਕਰਨਾ, ਇਹੋ ਜਿਹੀ ਕੋਈ ਗੱਲ ਹੀ ਹੈ ਨਹੀਂ। ਪਰ ਇਹ ਆ ਵੀ ਇਹ ਤਾਂ ਸਿਰਫ ਇੱਕ, ਸਮਝ ਲਓ, ਲੋਕਾਂ ਦੇ ਵਿੱਚ ਭਰਮ ਪੈਦਾ ਕੀਤੇ ਜਾਂਦੇ ਆ ਕਿ ਇਦਾਂ ਹੋ ਸਕਦਾ, ਉਦਾਂ ਹੋ ਸਕਦਾ। ਜੇ ਟੈਸਟ ਲੈਣਾ ਸੀ ਤੇ ਸਾਨੂੰ ਪਹਿਲਾਂ ਟੈਸਟ ਦੀ ਗੱਲ ਕਰ ਲੈਂਦੇ। 10 ਸਾਲਾ ਪਾਲਿਸੀ ਬਣਾਉਣ ਦੀ ਕੀ ਲੋੜ ਸੀਗੀ? ਜਦੋਂ ਸਾਰਾ ਕੁਝ ਚੱਲ ਰਿਹਾ ਹੈ, ਸਾਰਾ ਪ੍ਰੋਸੈਸ ਤੁਸੀਂ ਅਡਾਪਟ ਕਰ ਲਿਆ ਕਿ ਭਾਈ ਤੁਹਾਨੂੰ ਇਸ ਤਰੀਕੇ ਨਾਲ ਅਸੀਂ ਰੈਗੂਲਰ ਕਰਾਂਗੇ। ਜਦੋਂ ਸਾਰਾ ਕੁਝ ਕੰਪਲੀਟ ਹੋ ਗਿਆ, 99% ਤੁਹਾਡੇ ਵੱਲੋਂ ਇਹ ਗੱਲਾਂ ਆ ਰਹੀਆਂ ਕਿ 99% ਕੰਪਲੀਟ ਹੈ, ਸਿਰਫ ਆਰਡਰ ਦੇਣੇ ਬਾਕੀ ਹੈ, ਮੁੱਖ ਮੰਤਰੀ ਸਾਹਿਬ ਜਦੋਂ ਕਹਿਣਗੇ ਅਸੀਂ ਆਰਡਰ ਦੇ ਦਿਆਂਗੇ। ਤਾਂ ਹੁਣ ਉਹਨਾਂ ਚੀਜ਼ਾਂ ਨੂੰ ਉਲਝਾਉਣ ਵਾਸਤੇ ਇਸ ਪਾਸੇ ਲਿਆਂਦਾ ਜਾਂਦਾ। ਪਰ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਸਾਡੇ ਜਿਹੜੇ ਜਿੰਨੇ ਵੀ ਅਧਿਆਪਕ ਹੈ ਪੂਰੇ ਯੋਗ ਹੈ, ਕਿਸੇ ਟੈਸਟ ਤੋਂ ਅਸੀਂ ਭੱਜਦੇ ਨਹੀਂ। ਸਰਕਾਰ ਆਪਣੀਆਂ ਗੱਲਾਂ ਤੋਂ ਭੱਜ ਰਹੀ ਹੈ ਇੱਧਰ ਉੱਧਰ। ਮੈਨੂੰ ਤਾਂ ਹੁਣ ਇੱਕ ਹੋਰ ਗੱਲ ਪਤਾ ਲੱਗੀ ਸੀ ਕਿ ਸਾਡੀ ਉੱਥੇ ਗੱਲਬਾਤ ਚੱਲ ਰਹੀ ਸੀ, ਅਸੀਂ ਮੰਗ ਕਰ ਰਹੇ ਹਾਂ ਕਿ ਮੁੱਖ ਮੰਤਰੀ ਸਾਹਿਬ ਨੂੰ ਜਿਹੜੀ ਸਾਡੀ ਮੀਟਿੰਗ ਕਰਾਈ ਜਾਵੇ, ਉਹਨਾਂ ਨਾਲ ਗੱਲਬਾਤ ਕਰਾਈ ਜਾਵੇ। ਤਾਂ ਸਾਨੂੰ ਕਿਤੇ ਨਾ ਕਿਤੇ ਉੱਥੇ ਇਹ ਲੋਕਾਂ ਵਿੱਚ ਕੀਤਾ ਜਾ ਰਿਹਾ ਕਿ ਅਸੀਂ ਇਹਨਾਂ ਨੂੰ ਮੀਟਿੰਗ ਦਿੱਤੀ ਸੀ, ਇਹਨਾਂ ਨੇ ਜਵਾਬ ਦੇ ਦਿੱਤਾ, ਜਦੋਂ ਕਿ ਅਸੀਂ ਇਹਨਾਂ ਗੱਲਾਂ ਦਾ ਜਵਾਬ ਕਿਉਂ, ਅਸੀਂ ਮੀਟਿੰਗ ਮੰਗਦੇ ਹਾਂ। ਇਹ ਕਹਿੰਦੇ ਆ ਤੁਰੇ ਤੁਰੇ ਜਾਂਦੇ 2 ਮਿੰਟ ਗੱਲ ਕਰ ਲਓ, ਮੰਗ ਪੱਤਰ ਦੇ ਦਿਓ। ਇਹ ਕੋਈ ਤਰੀਕਾ ਨਹੀਂ ਹੈਗਾ। ਅਸੀਂ ਬੈਠ ਕੇ ਬਕਾਇਦਾ ਮੀਟਿੰਗ ਮੰਗਦੇ ਹਾਂ, ਸਾਡੇ ਨਾਲ ਬੈਠ ਕੇ ਮੁੱਖ ਮੰਤਰੀ ਸਾਹਿਬ, ਉਹਨਾਂ ਦਾ ਜਿਹੜਾ ਅਮਲਾ ਹੈਗਾ ਸਾਰਾ, ਸਾਡੇ ਨਾਲ ਗੱਲ ਕਰੇ। ਸੋ ਇਹ ਤਾਂ ਐਵੇਂ ਗੱਲਾਂ ਫਲਾਈਆਂ ਜਾਂਦੀਆਂ। ਟੈਸਟ ਦਾ ਸਾਨੂੰ ਅੱਜ ਵੀ ਨਹੀਂ ਡਰ, ਨਾ ਕੋਈ ਪਹਿਲਾਂ ਸੀਗਾ। ਪਰ ਸਰਕਾਰ ਜਿਹੜਾ ਤਰੀਕਾ ਅਪਣਾ ਰਹੀ ਹੈ, ਅਸੀਂ ਉਸ ਤੋਂ ਨਹੀਂ ਭੱਜ ਰਹੇ। ਸੋ ਸਾਡਾ ਜਿਵੇਂ ਵੀ ਹੱਲ ਕਰਨਾ ਸਰਕਾਰ ਕਰੇ, ਅਸੀਂ ਕਿਸੇ ਗੱਲ ਤੋਂ ਭੱਜਦੇ ਨਹੀਂ। ਜੀ, ਮੇਰਾ ਆਖਰੀ ਸਵਾਲ ਹੈ ਤੇ ਤੁਸੀਂ ਚਾਹੋ ਤੇ ਜੋ ਤੁਹਾਡੇ ਕੋਲੇ ਕੁਝ ਮਤਲਬ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਗੱਲ ਨਹੀਂ ਹੁਣ ਤੱਕ ਹੋਈ, ਉਹ ਤੁਸੀਂ ਕਰ ਸਕਦੇ ਹੋ। ਸਵਾਲ ਇਹ ਹੈ ਕਿ ਸਰਕਾਰੀ ਜਿਹੜੇ ਸਕੂਲ ਨੇ ਉਹਨਾਂ ਨੂੰ ਲੈ ਕੇ, ਉਹਨਾਂ ਦੀ ਸਿੱਖਿਆ ਨੂੰ ਲੈ ਕੇ ਬੜੇ ਤਰ੍ਹਾਂ ਦੇ ਸਵਾਲ ਉੱਠਦੇ ਨੇ ਕਿ ਸਰਕਾਰੀ ਅਧਿਆਪਕ ਆਪਣੇ ਬੱਚੇ ਕਿਉਂ ਨਹੀਂ ਸਰਕਾਰੀ ਸਕੂਲਾਂ 'ਚ ਪੜ੍ਹਾਉਂਦੇ, ਜਾਂ ਫਿਰ MLAs ਵਗੈਰਾ, ਜਿਵੇਂ ਉਹਨੇ ਦਾਅਵਾ ਕਰਦੀ ਹੈ ਸਰਕਾਰ ਕਿ ਅਸੀਂ ਬਹੁਤ ਵਧੀਆ ਸਕੂਲ ਬਣਾਤੇ, ਇਹਨਾਂ ਦੇ ਬੱਚੇ ਜਾਂ IAS PCS ਵਗੈਰਾ ਦੇ ਬੱਚੇ, ਮਤਲਬ ਕਿ ਸਰਕਾਰੀ ਲੌਬੀ ਜਿਹੜੀ ਹੈ ਉਹ ਕਿਉਂ ਨਹੀਂ ਸਰਕਾਰੀ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਪੜ੍ਹਾਉਂਦੀ। ਮੈਨੂੰ ਨਹੀਂ ਪਤਾ ਕਿ ਤੁਹਾਡੇ ਬੱਚੇ ਕਿਹੜੇ ਸਕੂਲ 'ਚ ਪੜ੍ਹਦੇ ਨੇ, ਪਰ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਕੀ ਸਾਡੇ ਆਪਣੇ ਬੱਚੇ ਜਿਹੜੇ ਸਿੱਖਿਆ ਪ੍ਰੋਵਾਈਡਰ ਨੇ ਜਾਂ ਸਰਕਾਰੀ ਅਧਿਆਪਕ ਨੇ ਜਾਂ ਪ੍ਰਿੰਸੀਪਲ ਨੇ ਜਾਂ ਹੋਰ ਵੱਡੇ ਅਹੁਦਿਆਂ ਤੇ ਨੇ, ਉਹ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਕਿਉਂ ਨਹੀਂ ਪੜ੍ਹਾਉਂਦੇ? ਥੋੜਾ ਜਿਹਾ ਇਹਦੇ ਬਾਰੇ ਕਲੀਅਰ ਕਰਿਓ, ਇਹ ਬਹੁਤ ਜਾਣਨਾ ਜ਼ਰੂਰੀ ਹੈ। ਕਿਉਂਕਿ ਜਦੋਂ ਮਾਪੇ ਬੱਚਿਆਂ ਦੇ ਭਵਿੱਖ ਦੀ ਗੱਲ ਕਰਦੇ ਨੇ, ਤੁਸੀਂ ਸਿੱਖਿਆ ਪ੍ਰੋਵਾਈਡਰ ਜਾਂ ਅਧਿਆਪਕ ਜਿਹੜੇ ਨੇ, ਉਹ ਬੱਚਿਆਂ ਦੀ ਜਿਹੜੀ ਉਹਨਾਂ ਨੇ ਜੜ ਲਾਉਣੀ ਹੈ ਨਾ, ਉੱਥੋਂ ਹੀ ਸ਼ੁਰੂ ਹੁੰਦਾ ਸਾਰਾ ਕੁਝ। ਜੇ ਸਕੂਲਿੰਗ ਸ਼ੁਰੂ ਦੇ ਵਿੱਚ ਚੰਗੀ ਹੋ ਗਈ ਤੇ ਬੱਚੇ ਅੱਗੇ ਜਾ ਕੇ ਹੋਰ ਵਧੀਆ ਲੈਵਲ ਤੱਕ ਪਹੁੰਚ ਸਕਦੇ ਨੇ। ਨਹੀਂ ਤਾਂ ਲੋਕਾਂ ਦੇ ਮਨ 'ਚ ਉਹੀ ਖਿਆਲ, ਜਿਹੜਾ ਉਹੀ ਸਵਾਲ ਹਮੇਸ਼ਾ ਹੁੰਦਾ ਕਿ ਜੀ ਇਹ ਤਾਂ ਸਰਕਾਰੀ ਮਾਲ ਹੈ, ਇਹ ਤਾਂ ਸਰਕਾਰੀ ਕੰਮ ਹੈ। ਤੇ ਫਿਰ ਸਰਕਾਰੀ ਕੰਮ ਬਾਰੇ ਸਭ ਨੂੰ ਪਤਾ ਹੀ ਹੈ ਕਿ ਕਿੰਨੀ ਕੁ ਢਿੱਲ ਮੱਠ ਹੁੰਦੀ ਹੈ।
ਬਹੁਤ ਵਧੀਆ ਤੁਸੀਂ ਸਵਾਲ ਇਹ ਕੀਤਾ ਹੈ। ਮੈਂ ਪਹਿਲਾਂ ਤਾਂ ਦੱਸ ਦੇਣਾ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਇਦਾਂ ਦੇ ਅਧਿਆਪਕ ਨੇ। ਮੇਰੀ ਬੇਟੀ ਦਾ ਵੀ ਪਹਿਲਾਂ ਇੱਥੇ ਨਾਮ ਦਾਖਲ ਰਿਹਾ ਪ੍ਰਾਇਮ ਲੈਵਲ ਤੱਕ, ਉਸ ਤੋਂ ਬਾਅਦ ਚਲੋ ਅੱਗੇ ਅਸੀਂ ਪਾਇਆ। ਪਰ ਬਹੁਤ ਸਾਰੇ ਅਧਿਆਪਕ ਹੈ ਜਿਨ੍ਹਾਂ ਦੇ ਬੱਚੇ ਅੱਜ ਵੀ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ। ਮੇਰੇ ਖਿਆਲ ਹੈ ਅਧਿਆਪਕ ਹੀ ਨੇ ਉਹ। ਅਧਿਆਪਕਾਂ ਦੇ ਬੱਚੇ ਹੀ ਇੱਥੇ ਵੱਧ ਤੋਂ ਵੱਧ ਪੜ੍ਹਦੇ ਨੇ, ਬਟ ਦੂਜੇ ਜਿਹੜੇ ਕੈਟਾਗਰੀਜ਼ ਆ ਉਹਨਾਂ ਨੂੰ ਚਲੋ ਸਰਕਾਰ ਨੂੰ ਇਸ ਗੱਲ ਦਾ ਕੋਈ ਨਾ ਕੋਈ ਰੱਖਣਾ ਚਾਹੀਦਾ ਕਰਨਾ ਕਿ ਜਿਹੜੇ ਸਰਕਾਰੀ ਮੁਲਾਜ਼ਮ ਆ ਉਹਨਾਂ ਦਾ ਜਿਹੜਾ ਬੱਚਾ ਹੈ ਉਹ ਸਰਕਾਰੀ ਸਕੂਲ ਵਿੱਚ ਪੜ੍ਹੇ। ਕਿਉਂਕਿ ਸਰਕਾਰੀ ਸਕੂਲ ਦੇ ਵਿੱਚ ਮੈਂ ਫਿਰ ਕਹਿਣਾ ਕਿ ਪੜ੍ਹਾਈ ਦੀ ਕੋਈ ਕਮੀ ਨਹੀਂ ਹੈ। ਸਾਡੇ ਜੋ ਵੀ ਅਧਿਆਪਕ ਨੇ ਉਹ ਬਹੁਤ ਮਿਹਨਤੀ ਨੇ, ਪੜ੍ਹਾਈ ਵਿੱਚੋਂ ਕਦੀ ਕਮੀ ਨਹੀਂ ਛੱਡਦੇ। ਪਰ ਇਹ ਹੈ ਕਿ ਜਿਹੜਾ ਇਨਫਰਾਸਟ੍ਰਕਚਰ ਦੀ ਗੱਲ ਕਰ ਰਹੀਏ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਥੋੜਾ ਜਿਹਾ ਮਾਹੌਲ ਵਧੀਆ ਦੇ ਦਿੱਤਾ ਜਾਂਦਾ ਹੈ, ਪਰ ਪ੍ਰਾਈਵੇਟ ਜਿਹੜੇ ਅਦਾਰੇ ਨੇ ਉਹਨਾਂ ਬਾਰੇ ਵੀ ਸਾਨੂੰ, ਮੈਂ ਚਲੋ ਕਹਿਣਾ ਨਹੀਂ ਚਾਹੁੰਦਾ ਕਿਸੇ ਨੂੰ ਮਾੜਾ ਚੰਗਾ, ਕਿ ਪ੍ਰਾਈਵੇਟ ਅਦਾਰਿਆਂ ਦਾ ਵੀ ਸਾਡੇ ਸਾਹਮਣੇ ਰਿਜ਼ਲਟ ਆ ਹੀ ਜਾਂਦੇ ਨੇ। ਪਰ ਚਲੋ ਉਹਨਾਂ ਵਾਸਤੇ ਜਿਹੜੀ ਦਿੱਖ ਵਧੀਆ ਕੀਤੀ ਹੁੰਦੀ ਮਾਂ ਪਿਓ ਨੂੰ, ਪੇਰੈਂਟਸ ਨੂੰ, ਕਿਤੇ ਨਾ ਕਿਤੇ ਜਿਨ੍ਹਾਂ ਕੋਲੇ ਕੁਝ ਪੈਸੇ ਹੁੰਦੇ ਆ ਉਹ ਕਿਤੇ ਨਾ ਕਿਤੇ ਇਹ ਸੋਚਦੇ ਆ ਕਿ ਚਲੋ ਕੋਈ ਨਾ ਵਧੀਆ ਮਾਹੌਲ ਮਿਲੂਗਾ, ਵਧੀਆ ਉੱਥੇ ਸਾਰਾ ਕੁਝ ਮਿਲੂਗਾ। ਪਰ ਪੜ੍ਹਾਈ ਪੱਖੋਂ ਮੈਂ ਇਸ ਗੱਲ ਦਾ ਦਾਅਵਾ ਹੀ ਕਰਦਾ ਕਿ ਪੜ੍ਹਾਈ ਪੱਖੋਂ ਸਰਕਾਰੀ ਸਕੂਲ ਜਿਹੜੇ ਆ ਉਹ ਬਿਲਕੁਲ ਪਿੱਛੇ ਨਹੀਂ, ਕਿਉਂਕਿ ਸਾਰੇ ਜਿਹੜੇ ਅਧਿਆਪਕ ਨੇ ਪੂਰੇ ਆਪਣੇ ਤਨੋਂ ਮਨੋਂ ਜਿਹੜਾ ਜ਼ੋਰ ਲਾਉਂਦੇ ਆ ਬੱਚੇ ਨੂੰ ਪੜ੍ਹਾਉਣ ਵਾਸਤੇ। ਸੋ ਇਸ ਗੱਲ ਬਾਰੇ ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ, ਕਹਿਣਾ ਚਾਹੀਦਾ ਕਿ ਭਾਈ ਜਿਹੜੇ ਬੰਦੇ ਸਰਕਾਰੀ ਕੰਮ ਕਰ ਰਹੇ ਜਾਂ ਸਰਕਾਰੀ ਡਿਊਟੀ ਉਹ ਸਰਕਾਰੀ ਸਕੂਲ 'ਚ ਕਿਉਂ ਨਹੀਂ ਪੜ੍ਹਾ ਸਕਦੇ। ਅਸੀਂ ਇਸ ਗੱਲ ਦੇ ਵਿੱਚ ਹਮੇਸ਼ਾ ਪੋਜ਼ਿਟਿਵ ਹੀ ਆ ਕਿ ਸਾਨੂੰ, ਅਸੀਂ ਆਪ ਖੁਦ ਕਹਿੰਦੇ ਆ ਕਿ ਹੋਣਾ ਚਾਹੀਦਾ। ਔਰ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਜਿਹੜੇ ਪੇਰੈਂਟਸ ਇਹ ਗੱਲ ਸੋਚਦੇ ਆ ਕਿ ਜਿਹੜਾ ਸਾਡਾ ਬੱਚਾ ਉਹਨੂੰ ਪੂਰਾ ਵਧੀਆ ਮਤਲਬ ਬੇਸ ਮਿਲੇ ਤੇ ਪੂਰਾ ਵਧੀਆ ਜਿਹੜਾ ਸਾਰਾ ਪੜ੍ਹਾਈ ਦਾ ਮਾਹੌਲ ਮਿਲੇ। ਪੜ੍ਹਾਈ ਦਾ ਮਾਹੌਲ ਬਿਲਕੁਲ ਹੈਗਾ, ਪਰ ਸਰਕਾਰ ਨੂੰ ਕਿਤੇ ਨਾ ਕਿਤੇ ਜੋ ਕਮਰੇ ਆ ਜਾਂ ਫਰਨੀਚਰ ਆ ਜਾਂ ਉਹ ਚੀਜ਼ਾਂ ਦਾ ਪੂਰਾ ਧਿਆਨ ਦੇਣਾ ਚਾਹੀਦਾ। ਜਿਵੇਂ ਮੈਂ ਗੱਲ ਕਰਾਂ, ਸਾਡੇ ਕੋਲ ਅਸੀਂ ਬੱਚਿਆਂ ਦੇ ਜਦੋਂ ਜਾ ਕੇ ਐਡਮਿਸ਼ਨਾਂ ਕਰਦੇ ਆ ਤਾਂ ਮੈਂ ਪਿੰਡ ਦੇ ਵਿੱਚ ਜਾ ਕੇ ਐਡਮਿਸ਼ਨ ਕੀਤੀ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਇੱਕੋ ਹੀ ਸਵਾਲ ਸੀ ਕਿ ਦੇਖੋ ਬੈਠਣ ਵਾਸਤੇ ਟਾਟ ਨੇ, ਅਸੀਂ ਆਪਦੇ ਬੱਚਿਆਂ ਨੂੰ ਥੱਲੇ ਬਹਿ ਕੇ ਨਹੀਂ ਪੜ੍ਹਾਉਣਾ। ਚਲੋ ਉਸ ਤੋਂ ਬਾਅਦ ਸਰਕਾਰ ਜਿਹੜੀ ਇਹ ਨਵੀਂ ਆਈ ਹੈ ਇਹਨਾਂ ਨੇ ਭੇਜਿਆ ਵੀ ਹੈ ਸਾਰਾ ਕੁਝ, ਹੌਲੀ ਹੌਲੀ ਅਪ ਜਾ ਰਿਹਾ ਹੈ ਇਹ ਗੱਲ। ਪਰ ਇਹ ਆ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਸੋਚਣਾ ਬਣਦਾ ਸਰਕਾਰ ਲਈ। ਮੈਂ ਆਪਦੀ ਗੱਲ ਲਾਸਟ ਵਿੱਚ ਕਹਿਣੀ ਚਾਹੂੰਗਾ ਕਿ ਜਿਹੜੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਉਸ ਵਾਅਦੇ ਤੇ ਆਪਦਾ ਪੂਰਾ ਰਹਿਣ, ਲੋਕਾਂ ਦੇ ਵਿੱਚ ਕੋਈ ਝੂਠ ਤੂਫਾਨ ਨਾ ਲਿਆਉਣ, ਜੋ ਪਾਲਿਸੀ ਬਣੀ ਹੈ ਉਸ ਨੂੰ ਐਜ਼ ਇਟ ਇਜ਼ ਲਾਗੂ ਕੀਤਾ ਜਾਵੇ। ਜਿਵੇਂ ਹੁਣ ਸਾਡਾ ਪਰਸੋਂ ਸਾਡੇ ਤੇ ਲਾਠੀ ਚਾਰਜ ਕੀਤਾ ਗਿਆ, ਤਸ਼ੱਦਦ ਕੀਤਾ ਗਿਆ, ਸਾਡੀਆਂ ਭੈਣਾਂ ਦੀਆਂ ਚੁੰਨੀਆਂ ਰੁੱਲੀਆਂ ਗਈਆਂ, ਬਹੁਤ ਧੱਕੇਸ਼ਾਹੀ, ਕਿਉਂਕਿ ਅਸੀਂ ਤਾਂ ਆਰਾਮ ਨਾਲ ਸਿਰਫ ਕੋਠੀ ਵੱਲ ਨੂੰ ਜਾਣ ਦਾ ਹੀ ਕਰ ਰਹੇ ਸੀ ਕਿ ਅਸੀਂ ਸੀਐਮ ਸਾਹਿਬ ਦੀ ਕੋਠੀ ਜਾ ਕੇ ਆਪਦਾ ਰੋਸ ਜਿਹੜਾ ਦਿਖਾਉਣਾ ਹੈ, ਪਰ ਸਾਨੂੰ ਉਧਰ ਨੂੰ ਵਧਣ ਹੀ ਨਹੀਂ ਦਿੱਤਾ ਗਿਆ। ਸੋ ਜਦੋਂ ਅਸੀਂ ਲੰਘਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪੁਲਿਸ ਨੇ ਸਾਡੇ ਉੱਤੇ ਲਾਠੀ ਚਾਰਜ ਕੀਤਾ। ਬਹੁਤ ਮੰਦੇ ਹਾਲ ਵੀਡੀਓਜ਼ ਤੁਸੀਂ ਸਾਰਿਆਂ ਨੇ ਦੇਖੀਆਂ ਹੀ ਨੇ। ਸੋ ਸਰਕਾਰ ਨੂੰ ਮੈਂ ਬੇਨਤੀ ਕਰਨੀ ਚਾਹਣਾ, ਅਸੀਂ ਲੋਕ ਅਧਿਆਪਕ ਹਾਂ, ਪੜ੍ਹਿਆ ਲਿਖਿਆ ਵਰਗ ਆ, ਸਾਡੇ ਨਾਲ ਏਦਾਂ ਦਾ ਧੱਕੇਸ਼ਾਹੀ ਨਾ ਕੀਤੀ ਜਾਵੇ ਕਿ ਜਿਹੜੇ ਸਾਡੇ ਲੋਕ ਆ ਦਿਮਾਗੀ ਪਰੇਸ਼ਾਨ ਆ, ਦਿਮਾਗ ਦੇ ਜਿਹੜੇ ਉਹਨਾਂ ਦੇ ਧਿਆਨ ਇੱਧਰ ਉੱਧਰ ਵਿਚਾਰਿਆਂ ਦੇ। ਜਿਵੇਂ ਹੁਣ ਉਸ ਦਿਨ ਦੀ ਗੱਲ ਦੱਸਾਂ ਤਾਂ ਸਾਡੇ ਇੱਕ ਸਾਥੀ ਹੈ ਬਰਨਾਲੇ ਜ਼ਿਲ੍ਹੇ ਤੋਂ, ਗੁਰਪ੍ਰੀਤ ਸਿੰਘ ਭੋਤਨਾ, ਉਹ ਵਿਚਾਰੇ ਵਾਪਸ ਜਾ ਰਹੇ ਸੀਗੇ। ਵਾਪਸ ਜਾਂਦੇ ਰਸਤੇ ਵਿੱਚ ਉਹਨਾਂ ਦਾ ਮੋਟਰਸਾਈਕਲ ਤੇ ਐਕਸੀਡੈਂਟ ਹੋ ਗਿਆ। ਉਹ ਵਿਚਾਰੇ ਦਾਖਲ ਪਏ ਆ ਡੀਐਮਸੀ ਦੇ ਵਿੱਚ। ਸਰਕਾਰ ਦਾ ਜਿਹੜਾ ਇਹ ਜ਼ਿੰਮੇਵਾਰੀ ਬਣਦੀ ਆ ਕਿ ਜੇ ਇਦਾਂ ਦਾ, ਕਿਉਂਕਿ ਜੇ ਦਿਮਾਗੀ ਤੌਰ ਤੇ ਅਸੀਂ ਠੀਕ ਆ ਤਾਂ ਸਾਡਾ ਧਿਆਨ ਸਾਰੇ ਪਾਸੇ ਹੁੰਦਾ, ਜੇ ਅਸੀਂ ਦਿਮਾਗੀ ਤੌਰ ਤੇ ਪਰੇਸ਼ਾਨ ਆ ਤਾਂ ਸਾਡਾ ਧਿਆਨ ਕਿਤੇ ਵੀ ਨਹੀਂ ਰਹਿੰਦਾਗਾ, ਕਿਉਂਕਿ ਸਾਰੇ ਸਾਡੇ ਦਿਮਾਗ ਵਿੱਚ ਚੱਲਦਾ ਹੀ ਇਹ ਰਹਿੰਦਾ ਕਿ ਸਾਡਾ ਬਣੂਗਾ ਕੀ। ਸਾਡੇ ਇੰਨੇ ਸਾਲ ਜਿਹੜਾ ਸਾਡਾ ਸਾਥੀ ਇਕਬਾਲ ਸਿੰਘ, ਉਹਦੀ ਗੱਲ ਮੈਂ ਥੋੜੀ ਜਿਹੀ ਜ਼ਿਕਰ ਕਰਨੀ ਚਾਹੁੰਦਾ ਕਿ ਮਾਨਸੇ ਜ਼ਿਲ੍ਹੇ ਦਾ ਸਾਡਾ ਸਾਥੀ ਆ, ਜਿਹਦੇ ਰੋਂਦੇ ਦੀ ਵੀਡੀਓ ਵੀ ਤੁਸੀਂ ਦੇਖੀ। ਉਹਨੇ ਕਹੀਆਂ ਕਿ 3 ਪੀੜ੍ਹੀਆਂ ਸਰਕਾਰਾਂ ਨੇ ਖਰਾਬ ਕਰ ਦਿੱਤੀਆਂ। ਉਹ ਵਿਚਾਰਾ ਸਿਰਫ 9500 ਤਨਖਾਹ ਲੈਂਦਾ ਰਿਟਾਇਰ ਹੋ ਗਿਆ। ਸਰਕਾਰ ਵੱਲੋਂ 1 ਰੁਪਈਏ ਦੀ ਸਹਾਇਤਾ ਨਹੀਂ ਕੀਤੀ ਗਈ। ਜਿਹੜੀ ਸਾਡੇ ਸਾਥੀਆਂ ਨੇ ਜਾਂ ਸਾਡੀਆਂ ਭਰਾਤਰੀ ਜਥੇਬੰਦੀਆਂ ਨੇ ਹਿੰਮਤ ਕਰਕੇ ਉਹਦੇ ਵਾਸਤੇ ਕੋਈ ਜਿੰਨਾ ਵੀ ਫੰਡ ਕਰ ਸਕੇ ਉਹਦੀ ਮਤਲਬ ਹੈਲਪ ਕੀਤੀ ਆ, ਪਰ ਸਰਕਾਰ ਵੱਲੋਂ ਕੁਝ ਨਹੀਂ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਸ ਚੀਜ਼ ਨੂੰ ਸਰਕਾਰ ਅੱਜ ਚਾਹੇ ਅੱਜ ਹੀ ਖਤਮ ਕਰ ਸਕਦੀ ਹੈ। ਜੋ ਸਾਡੇ ਲਈ ਬਣਾਇਆ ਹੈ ਉਹ ਸਾਡੇ ਹੱਥਾਂ ਦੇ ਮੂਹਰੇ ਧਰੋ, ਸਾਡੇ ਆਰਡਰ ਸਾਨੂੰ ਦਿਓ, ਸਾਨੂੰ ਵੀ ਸ਼ਾਂਤੀ ਮਿਲੇ, ਅਸੀਂ ਸਕੂਲਾਂ ਦੇ ਵਿੱਚ ਜਾ ਕੇ ਹੋਰ ਜ਼ੋਰ ਸ਼ੋਰ ਨਾਲ ਆਪਣਾ ਜਿਹੜਾ ਪੜ੍ਹਾ ਸਕੀਏ ਤੇ ਜਿਹੜੀਆਂ ਅਣਸਖਾਵੀਆਂ ਘਟਨਾ ਵਾਪਰ ਰਹੀਆਂ ਉਹ ਨਾ ਵਾਪਰਨ। ਉਹ ਸਰਕਾਰ ਹੀ ਜ਼ਿੰਮੇਵਾਰ ਹੈ, ਕਿਉਂਕਿ ਸਰਕਾਰ ਇਸ ਚੀਜ਼ ਨੂੰ ਖਿੱਚ ਰਹੀ ਹੈ। ਅਸੀਂ ਕੋਈ ਨਜਾਇਜ਼ ਮੰਗ ਨਹੀਂ ਰੱਖ ਰਹੇ, ਜੋ ਪਾਲਿਸੀ ਸਰਕਾਰ ਨੇ ਬਣਾਈ ਹੈ ਅਸੀਂ ਉਹੀ ਮੰਗ ਰੱਖ ਰਹੇ ਹਾਂ। ਹਮੇਸ਼ਾ ਨਜਾਇਜ਼ ਅਸੀਂ ਕਦੇ ਵੀ ਨਹੀਂ ਮੰਗੀ। ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਬੇਨਤੀ ਕਰਨੀ ਚਾਹਣਾ ਕਿ ਸਾਡਾ ਜਿਹੜਾ ਬਣਦਾ ਹੱਕ ਹੈ ਸਾਨੂੰ ਦਿੱਤਾ ਜਾਵੇ, ਸਾਨੂੰ ਸੜਕਾਂ ਤੇ ਨਾ ਰੋਲਿਆ ਜਾਵੇ। ਜੇ ਤੁਸੀਂ ਇਸ ਗੱਲ ਨੂੰ ਨਹੀਂ ਮੰਨੋਗੇ ਤਾਂ ਫਿਰ ਅਸੀਂ ਮਜਬੂਰ ਹੋਵਾਂਗੇ। ਸਾਡਾ ਸੰਘਰਸ਼ ਜਿਹੜਾ ਇਸੇ ਤਰ੍ਹਾਂ ਲਗਾਤਾਰ ਚੱਲਦਾ ਰਹੂਗਾ। ਅੱਛਾ, ਮੇਰੇ ਧਿਆਨ 'ਚ ਇੱਕ ਸਵਾਲ ਰਹਿ ਗਿਆ ਸੀ ਕਿ
ਜਦੋਂ ਮੌਜੂਦਾ ਸਮੇਂ ਤੁਸੀਂ ਕਿਹਾ ਕਿ ਤਨਖਾਹ 11,000 ਹੈ, ਚਲੋ ਵੱਖ-ਵੱਖ ਲੈਵਲ ਤੇ ਵੱਖ-ਵੱਖ ਤਨਖਾਹ ਹੈ, ਕੀ ਉਹਦੇ ਵਿੱਚ ਸਰਕਾਰੀ ਛੁੱਟੀਆਂ ਜਾਂ ਮੈਟਰਨਿਟੀ ਲੀਵ ਜਾਂ ਮੈਡੀਕਲ ਭੱਤਾ ਉਹ ਸਾਰਾ ਕੁਝ ਤੁਹਾਨੂੰ ਦਿੱਤਾ ਜਾਂਦਾ ਹੈ? ਕਿਵੇਂ, ਜਿਵੇਂ ਹੁਣ ਸਰਕਾਰ ਨੇ ਜਿਹੜੀ ਪਾਲਿਸੀ ਪਿੱਛੇ ਜਿਵੇਂ ਤੁਹਾਨੂੰ ਜਿਸ ਤਰੀਕੇ ਨਾਲ ਪੱਕੇ ਕਰਨ ਦੀ ਗੱਲ ਕੀਤੀ, ਉਹਦੇ ਵਿੱਚ ਉਹ ਸਭ ਦਾ ਜ਼ਿਕਰ ਸੀਗਾ ਕਿ ਤੁਹਾਨੂੰ ਉਹਨਾਂ ਦੇ ਬਰਾਬਰ ਸਰਕਾਰੀ ਛੁੱਟੀਆਂ ਜਾਂ ਲੀਵ ਜਿਹੜੀ ਹੈ ਉਹ ਪੇ ਦੇ ਉੱਤੇ ਇਸ ਤਰ੍ਹਾਂ ਕੁਝ ਸਾਰਾ ਦੱਸਿਆ ਗਿਆ ਸੀਗਾ। ਮੈਂ ਦੇਖੋ ਜੀ ਸਿੱਖਿਆ ਪ੍ਰੋਵਾਈਡਰਾਂ ਬਾਰੇ ਦੱਸ ਦੇਣਾ ਚਾਹੁੰਦਾ, ਬਾਕੀਆਂ ਬਾਰੇ ਮੈਨੂੰ ਪ੍ਰੋਪਰ ਨਹੀਂ ਪਤਾ। ਜਿਹੜੇ ਅਸੀਂ ਸਿੱਖਿਆ ਪ੍ਰੋਵਾਈਡਰ ਅਧਿਆਪਕ ਹਾਂ, ਸਾਨੂੰ ਜਿਹੜੀਆਂ ਸਾਡੀਆਂ ਅਚਨਚੇਤ ਛੁੱਟੀਆਂ ਦਿੱਤੀਆਂ ਜਾਂਦੀਆਂ, ਸਾਨੂੰ ਦੂਜੇ ਜਿਹੜੇ ਰੈਗੂਲਰ ਅਧਿਆਪਕ ਆ ਉਹਨਾਂ ਦੇ ਮੁਤਾਬਕ ਹੀ ਮਿਲ ਰਹੀਆਂ ਪਹਿਲਾਂ ਤੋਂ ਹੀ। ਜਿਹੜੀਆਂ ਸਾਡੀਆਂ ਭੈਣਾਂ ਉਹਨਾਂ ਨੂੰ ਵੀ ਉੱਦਾਂ ਹੀ ਮਿਲ ਰਹੀਆਂ। ਔਰ ਜਿਹੜੀ ਮੈਟਰਨਿਟੀ ਲੀਵ ਦੀ ਗੱਲ ਕਰਦੇ ਆ, ਸਾਨੂੰ ਪਹਿਲਾਂ ਤੋਂ ਹੀ 6 ਮਹੀਨੇ ਦੀ ਜਿਹੜੀ ਮੈਟਰਨਿਟੀ ਲੀਵ ਆਲਰੇਡੀ ਮਿਲ ਰਹੀ ਆ ਵਿਦ ਪੇ। ਠੀਕ ਹੈ, ਸਾਰੀਆਂ ਛੁੱਟੀਆਂ ਜਿਹੜੀਆਂ ਸਭ ਕੁਝ ਸਾਨੂੰ ਐਜ਼ ਇਟ ਇਜ਼ ਪਹਿਲਾਂ ਹੀ ਮਿਲ ਰਿਹਾ। ਸਾਨੂੰ ਇਹਦੇ ਵਿੱਚ ਸਿਰਫ ਤਨਖਾਹ ਦਾ ਵਾਧਾ ਤੇ ਇੱਕ 5% ਇਨਕਰੀਮੈਂਟ ਦੀ ਗੱਲ ਹੈ। ਇਸ ਤੋਂ ਬਿਨਾ ਕੁਝ ਨਵਾਂ ਇਹਦੇ ਵਿੱਚ ਨਹੀਂ ਹੈਗਾ। ਜਿਹੜੀਆਂ ਛੁੱਟੀਆਂ ਦੀ ਗੱਲ ਕਰ ਰਹੇ ਹੋ ਸਾਨੂੰ ਮਿਲ ਰਹੀਆਂ ਪਹਿਲਾਂ ਤੋਂ ਲੈ ਕੇ। ਜੀ, ਤਨਖਾਹ ਦਾ ਵਾਧਾ ਤਾਂ ਸਰਕਾਰ ਕਹਿੰਦੀ ਕਰ ਦਿੱਤੀ, ਉਹ ਕਹਿੰਦੇ ਕਿ ਇਸੇ ਢੰਗ ਨਾਲ ਅਸੀਂ ਪੱਕਿਆਂ ਕਰ ਸਕਦੇ ਹਾਂ। ਦੇਖੋ ਜੀ, ਇਹ ਤਾਂ ਹੁਣ ਇੱਕ ਮੁਲਾਜ਼ਮ ਹੈ ਜਿਹੜਾ ਉਹ ਇਹ ਗੱਲ ਸੋਚ ਸਕਦਾ ਕਿ ਮੁਲਾਜ਼ਮ ਹੈ ਜਿਹੜਾ ਰੈਗੂਲਰ ਬੈਠਾ ਹੈ ਉਹਨੂੰ ਕੀ ਕੀ ਮਿਲਦਾ ਹੈ, ਕੀ ਕੀ ਭੱਤੇ ਦਿੱਤੇ ਜਾਂਦੇ ਆ। ਫੋਨਾਂ ਦਾ ਭੱਤਾ ਵੱਖਰਾ ਦਿੱਤਾ ਜਾਂਦਾ ਹੈ, ਮੈਡੀਕਲ ਭੱਤਾ ਵੱਖਰਾ ਦਿੱਤਾ ਜਾਂਦਾ ਹੈ, ਔਰ ਬਹੁਤ ਪਿੰਡਾਂ ਦੇ ਅਲਾਉਂਸ ਬਹੁਤ ਕੁਝ ਹੁੰਦਾ ਜਿਹੜੀਆਂ ਕਿ ਸਾਨੂੰ ਅਜੇ ਨੌਲੇਜ ਵੀ ਨਹੀਂ ਪੂਰੀ। ਪਰ ਸਾਨੂੰ ਮੇਨ ਇਹ ਗੱਲਾਂ ਪਤਾ ਹੈ ਕਿ CSR ਰੂਲ ਲਾਗੂ ਹੁੰਦੇ ਆ, ਜਿਹੜੇ ਸਾਰੇ ਸਿਵਲ ਸਰਵਿਸਿਜ਼ ਰੂਲ ਜਿਹੜੇ ਆ ਉਹ ਲਾਗੂ ਕੀਤੇ ਜਾਂਦੇ ਆ ਰੈਗੂਲਰ ਮੁਲਾਜ਼ਮ ਦੇ ਉੱਤੇ, ਤੇ ਜਿਹੜੇ ਬਣਦੇ ਬਾਕੀ ਭੱਤੇ ਉਹਨੂੰ ਨਾਲ ਦਿੱਤੇ ਜਾਂਦੇ ਆ। ਜਦੋਂ 3 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਪੂਰਾ ਹੁੰਦਾ ਤਾਂ ਉਹਦੇ ਉੱਤੇ ਇੱਕ 34% ਜਿਹੜਾ ਵਾਧਾ ਕੀਤਾ ਜਾਂਦਾ, 6% ਵੱਖਰਾ। ਸੋ ਇਹ ਚੀਜ਼ਾਂ ਸਾਰੀਆਂ ਰੈਗੂਲਰ ਮੁਲਾਜ਼ਮ ਨੂੰ ਦਿੱਤੀਆਂ ਜਾਂਦੀਆਂ, ਨਾ ਕਿ ਤਨਖਾਹ ਵਾਧਾ। ਤਨਖਾਹਾਂ ਦਾ ਵਾਧਾ ਇਸ ਤੋਂ ਪਹਿਲਾਂ ਵੀ ਸਾਡਾ ਹੋ ਚੁੱਕਿਆ ਹੈ, ਬਟ ਇੱਕ ਲੈਟਰ ਜਾਰੀ ਕੀਤੀ ਜਾਂਦੀ ਹੈ ਜਿਹਦੇ ਵਿੱਚ ਦੱਸਿਆ ਹੁੰਦਾ ਕਿ ਇਸ ਮਹੀਨੇ ਤੋਂ ਐਨ ਤਰੀਕ ਤੋਂ ਤੁਹਾਡਾ ਇੰਨਾ ਤਨਖਾਹ ਵਿੱਚ ਵਾਧਾ, ਤੁਹਾਨੂੰ ਅੱਗੇ ਤੋਂ ਇੰਨੀ ਤਨਖਾਹ ਮਿਲੇਗੀ। ਸੋ ਜਿਹੜਾ ਇਹ ਕੀਤਾ ਜਾ ਰਿਹਾ ਕਿ ਤਨਖਾਹ ਦਾ ਵਾਧਾ ਕਰਕੇ ਲੋਕਾਂ ਵਿੱਚ ਝੂਠ ਮਾਰਿਆ ਜਾ ਰਿਹਾ, ਲੋਕਾਂ ਨੂੰ ਦੱਸ ਰਹੇ ਆ ਕਿ ਅਸੀਂ ਤੁਹਾਨੂੰ ਰੈਗੂਲਰ ਕਰਤਾ। ਇਸ ਝੂਠ ਨੂੰ ਤਾਂ ਅਸੀਂ ਲੋਕਾਂ ਦੇ ਵਿੱਚ ਲਿਆਵਾਂਗੇ। ਅਸੀਂ ਕਾਫੀ ਕਾਮਯਾਬ ਵੀ ਹੋ ਚੁੱਕੇ ਹਾਂ, ਔਰ ਅੱਗੇ ਵੀ ਜੇ ਸਰਕਾਰ ਆਪਦਾ ਅੜੀਅਲ ਰੁਖ ਰੱਖੂਗੀ ਤਾਂ ਅਸੀਂ ਲੋਕਾਂ ਦੇ ਵਿੱਚ ਇਹ ਗੱਲ ਸੱਚਾਈ ਜ਼ਰੂਰ ਲਿਆਵਾਂਗੇ ਕਿ ਸਾਡੇ ਨਾਲ ਸ਼ਰੇਆਮ ਧੋਖਾ ਕੀਤਾ ਜਾ ਰਿਹਾ ਹੈ, ਸਾਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਸਿਰਫ ਤਨਖਾਹ ਵਿੱਚ ਵਾਧਾ ਕੀਤਾ ਜਾ ਰਿਹਾ। ਜੀ, ਸ਼ੁਕਰੀਆ ਮਨਪ੍ਰੀਤ ਸਿੰਘ ਜੀ, ਧੰਨਵਾਦ ਤੁਹਾਡਾ। ਥੈਂਕ ਯੂ ਸਰ, ਥੈਂਕ ਯੂ। ਮੇਰੇ ਨਾਲ ਮੌਜੂਦ ਸਨ 8736 ਜਿਹੜੇ ਅਧਿਆਪਕ ਜਥੇਬੰਦੀਆਂ ਦਾ ਜੋ ਮੋਰਚਾ ਚੱਲ ਰਿਹਾ ਹੈ, ਉਹਦੇ ਆਗੂ ਸਰਦਾਰ ਮਨਪ੍ਰੀਤ ਸਿੰਘ, ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਪ੍ਰਧਾਨ ਵੀ ਨੇ। ਅਸੀਂ ਗੱਲਬਾਤ ਜੋ ਇਹਨਾਂ ਦੇ ਮਸਲੇ ਨੇ ਉਹਨਾਂ ਨੂੰ ਲੈ ਕੇ ਕੀਤੀ ਹੈ। ਮੈਂ ਇੱਕ ਵੀਡੀਓ ਸੁਣ ਰਿਹਾ ਸੀਗਾ, ਪੰਜਾਬ ਦੇ ਕੈਬਨਿਟ ਮੰਤਰੀ ਬੀਬੀ ਅਨਮੋਲ ਗਗਨ ਮਾਨ, ਉਹਨਾਂ ਨੇ ਕਿਹਾ ਕਿ ਜੇ ਸਿੱਖਿਆ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਜਿਹੜੀਆਂ ਸਰਕਾਰਾਂ ਕੁੱਟਦੀਆਂ ਨੇ ਜਾਂ ਉਹਨਾਂ ਉੱਤੇ ਜੋ ਤਸ਼ੱਦਦ ਢਾਉਂਦੀਆਂ ਨੇ ਜਾਂ ਉਹਨਾਂ ਨੂੰ ਜਦੋਂ ਕੁਚਲਦੀਆਂ ਨੇ ਤਾਂ ਇਹ ਸਾਡੇ ਦੇਸ਼ ਦਾ, ਸਾਡੇ ਸੂਬੇ ਦਾ ਭਵਿੱਖ ਕੁਚਲਿਆ ਜਾਂਦਾ ਆ। ਉਹ ਵੀਡੀਓ ਦੇ ਅਰਥ ਜਿਹੜੇ ਨੇ ਉਹ ਇਸ ਸਾਫ਼ ਸ਼ਬਦਾਂ ਦੇ ਵਿੱਚ ਸਮਝ ਆਉਂਦੇ ਨੇ। ਤੁਸੀਂ ਵੀ ਸੋਸ਼ਲ ਮੀਡੀਆ ਤੇ ਜਾ ਕੇ ਸੁਣ ਸਕਦੇ ਹੋ। ਤਾਂ ਫਿਰ ਸਰਕਾਰ ਦੀ ਨੀਅਤ ਤੇ ਨੀਤੀ ਉੱਤੇ ਸਵਾਲ ਉੱਠਦੇ ਨੇ। ਜਿਸ ਤਰ੍ਹਾਂ ਦੀਆਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਨਾਲ ਕੀ ਕੀ ਬੀਤੀ 2008 ਤੋਂ ਲੈ ਕੇ ਹੁਣ ਤੱਕ ਤਕਰੀਬਨ 15 ਸਾਲ ਹੋ ਗਏ, ਤੇ ਗਾਂ ਕੀ ਬੀਤਣੀ ਹੈ, ਬੱਚਿਆਂ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਏਗਾ, ਸਾਡੇ ਬੱਚਿਆਂ ਦਾ ਕਿਵੇਂ ਦਾ ਹੋਏਗਾ ਤੇ ਇਹਨਾਂ ਦੇ ਬੱਚਿਆਂ ਦਾ ਕੀ ਹੋਏਗਾ। ਇਹ ਮਾਪਿਆਂ ਨੂੰ ਵੀ ਸੋਚ ਲੈਣਾ ਚਾਹੀਦਾ ਹੈ, ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ। ਜਦੋਂ ਤੁਸੀਂ ਡਾਂਗ ਸੋਟਾ ਚਲਾਉਂਦੇ ਹੋ ਤਾਂ ਤੁਹਾਡੇ ਤੋਂ ਇਲਾਵਾ ਬੱਚਿਆਂ ਦੇ ਉੱਤੇ ਕੀ ਬੀਤਦੀ ਹੋਏਗੀ ਕਿ ਉਹਨਾਂ ਦੇ ਪ੍ਰੋਫੈਸਰ ਜਾਂ ਉਹਨਾਂ ਦੇ ਟੀਚਰਸ ਦੇ ਨਾਲ ਕਿਹੋ ਜਿਹਾ ਤਸ਼ੱਦਦ ਢਾਇਆ ਜਾਂਦਾ ਤੇ ਕੱਲ ਨੂੰ ਉਹਨਾਂ ਦੇ ਭਵਿੱਖ ਦਾ ਕੀ ਬਣੇਗਾ। ਇਹਦੇ ਬਾਰੇ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।